ਤਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਤਰੂ ਹੱਸਦਾ ਹੱਸਦਾ ਬਾਹਰੋਂ ਖੇਡਦਾ ਘਰ ਆਇਆ, ਛੋਟੀ ਉਮਰ ਸੀ ਸੋ ਪਿਆਰ ਕਰਕੇ ਪਿਓ ਨੇ ਕੁੱਛੜ ਵਿੱਚ ਲੈ ਲਿਆ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ ਮਨ ਵਿੱਚ ਗੁੱਸਾ ਕਰ ਲਿਆ ਤੇ ਬਾਹੋਂ ਫੜ ਕੇ ਉਠਾ ਦਿੱਤਾ। ਬਾਹੋਂ ਫੜ ਕੇ ਉਠਾਤਾ। ਡੁੱਡ ਹੌਲ ਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ। ਤੂੰ ਨਿਮਾਣਾ ਹੋ ਕੇ ਆਪਣੀ ਸਕੀ ਮਾਂ ਨੂੰ ਪੁੱਛਣ ਲੱਗਾ, ਮਾਂ ਤੂੰ ਰਾਣੀ ਹੈ ਕਿ ਗੋਲੀ ਹੈ? ਰਾਣੀ ਹੈ ਕਿ ਗੋਲੀ ਹੈ? ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਮੈਂ ਜਨਮ ਦੀ ਰਾਣੀ ਹਾਂ ਪਰ ਰੱਬ ਦਾ ਨਾਮ ਭਗਤੀ ਕੀਤੀ ਨਹੀਂ। ਸੁਆਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਮੈਂ ਪਰ ਨਾਮ ਤੇ ਭਗਤੀ ਦਾ ਕਰਮ ਦ੍ਰਿੜ ਨਹੀਂ ਕੀਤਾ, ਭਗਤੀ ਨਹੀਂ ਕੀਤੀ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਤੋ ਧਰੂ ਪੁੱਛਦਾ ਤੋ ਕਿਸ ਯਤਨ ਨਾਲ ਰਾਜ ਮਿਲੇ ਤੇ ਸਾਰੇ ਸ਼ਤਰੂ ਮਿੱਤਰ ਹੋ ਜਾਣ। ਪਰਮੇਸ਼ਰ ਆਰਾਧੀਐ, ਜਿੰਦੂ ਹੋਈਐ ਪਤਤ ਪੁਨੀਤਾ। ਮਾਂ ਨੇ ਕਿਹਾ ਵਾਹਿਗੁਰੂ ਨੂੰ ਸਿਮਰਨ, ਜੇ ਵਾਹਿਗੁਰੂ ਨੂੰ ਸਿਮਰੀਏ ਤੋ ਜਿਸ ਤੇ ਵਿਕਾਰੀ ਵੀ ਪਤਤ ਹੋ ਜਾਂਦੇ ਹਨ। ਸੋ ਬਾਹਰ ਚਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਧਰੂ ਬਾਹਰ ਤਪ ਕਰਨ ਚੱਲਿਆ, ਸੋ ਮਨ ਬਹੁਤ ਉਦਾਸ ਤੇ ਵਿਰਾਗਮਈ ਸੀ, ਤਪ ਕਰਨ ਚਲਾ ਗਿਆ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਸੋ ਨਾਰਦ ਮੁਨੀ ਨੇ ਉਪਦੇਸ਼ ਕੀਤਾ ਤੋ ਨਾਮ ਦਾ ਖਜ਼ਾਨਾ ਮਿਲਿਆ ਤੇ ਅੰਮ੍ਰਿਤ ਰਸ ਪੀਤਾ। ਤੋ ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਪਿੱਛੋਂ ਰਾਜੇ ਨੇ ਬੁਲਾ ਭੇਜਿਆ ਕਿ ਸਾਰੀ ਉਮਰ ਰਾਜ ਕਰੋ, ਹਮੇਸ਼ਾ ਰਾਜ ਕਰੋ। ਤੋ ਹਾਰ ਚਲੇ ਗੁਰਮੁਖ ਜਗ ਜੀਤਾ। ਮਨ ਮੁਖਾਰ ਕੇ ਨਰਕਾਂ ਵਿੱਚ ਗਏ, ਮਨ ਮੁਖਾਰ ਕੇ ਨਰਕਾਂ ਵਿੱਚ ਗਏ। ਅੰਮ੍ਰਿਤ ਧਾਰੀ ਗੁਰਸਿੱਖ ਸਰੀਰ ਨੂੰ ਜਿੱਤ ਕੇ ਸੱਚਖੰਡ ਚਲੇ ਗਏ। ਜਗ ਜੀਤਾ, ਜਗ ਜਗ ਕਿਹੜਾ ਜਗ ਜਿੱਤ ਲਿਆ? ਸਰੀਰ ਜਾਗੀ ਆ, ਸਰੀਰ ਨੂੰ ਹੀ ਜਿੱਤ ਲਿਆ ਭਾਈ। ਜਗ ਵਿੱਚ ਆ ਕੇ ਜਗ ਵਿੱਚ ਜਿੱਤ ਲਿਆ। ਪੌੜੀ ਦੂਜੀ, ਗੁਰਸਿੱਖੀ ਸੂਖਸ਼ਮ ਹੈ, ਸੁਰਤੀ ਦਾ ਮਾਰਗ ਹੈ। ਕਰ ਹਰਨਾਕਸ਼ ਦੈਂਤ ਦੇ ਕੱਲਰ ਕਵਲ, ਭਗਤ ਪ੍ਰਹਲਾਦ। ਭਗਤ ਹਰਨਾਕਸ਼ ਦੇ ਘਰ, ਦੈਂਤ ਹਰਨਾਕਸ਼ ਦੇ ਘਰ ਜੋ ਆਪਣਾ ਹੀ ਨਾਮ ਜਪਾਉਂਦਾ ਸੀ, ਭਾਵ ਕੱਲਰ ਦੀ ਧਰਤੀ ਵਰਗਾ ਬੇਮੁਖ ਸੀ, ਉਸਦੇ ਘਰ ਕਮਲ ਫੁੱਲ ਵਰਗਾ ਪ੍ਰਹਲਾਦ ਪੁੱਤਰ ਪੈਦਾ ਕਰ ਦਿੱਤਾ ਵਾਹਿਗੁਰੂ ਨੇ। ਇਹ ਗੁਰੂ ਨਾਨਕ ਦੀਆਂ ਖੇਡਾਂ। ਤੁਹਾਨੂੰ ਦੱਸਾਂਗਾ ਇਹਦੇ ਵਿੱਚ ਕੀ ਹੋਇਆ। ਹਰਨਾਕਸ਼ ਕਹਿੰਦਾ ਸੀ ਨਾ ਸਾਰੀ ਦੁਨੀਆ ਨੂੰ ਮੇਰਾ ਨਾਮ ਜਪੋ। ਹਾਂ, ਤੇ ਵਾਹਿਗੁਰੂ ਨੇ ਕੀ ਕੀਤਾ? ਉਹਦੇ ਘਰ ਹੀ ਪੁੱਤਰ ਉਹਦਾ ਵਿਰੋਧੀ ਪੈਦਾ ਕਰਤਾ। ਉਹਦੇ ਘਰ ਹੀ ਪੁੱਤਰ ਵਿਰੋਧੀ ਪੈਦਾ ਕਰਤਾ। ਪੜ ਨ ਪਠਾਇਆ 64 ਸਾਲ, ਪਾਂਦੇ ਚਿਤ ਹੋਵਾ ਐਲਾਦ। ਭਾਈ ਪ੍ਰਹਲਾਦ ਨੂੰ ਸਕੂਲ ਵਿੱਚ ਪੜ੍ਹਨ ਲਈ ਭੇਜਿਆ। ਪ੍ਰਹਲਾਦ ਨੂੰ ਦੇਖ ਕੇ ਪਾਂਧਿਆਂ ਦਾ ਮਨ ਪ੍ਰਸੰਨ ਹੋਇਆ। ਐਲਾਦ ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਦ ਨਾਦ। ਪ੍ਰਹਲਾਦ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਦਾ ਸੀ ਤੇ ਉਸਦੇ ਅੰਦਰ ਵੀ ਵਾਹਿਗੁਰੂ ਵਾਹਿਗੁਰੂ ਨਾਮ ਦੀ ਧੁਨੀ ਆਪਣੇ ਆਪ ਚਲਦੀ ਸੀ। ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਵਿਸਮਾਦ। ਭਈ ਸਾਰੇ ਵਿਦਿਆਰਥੀ ਵੀ ਪ੍ਰਹਲਾਦ ਨਾਲ ਰਲ ਕੇ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਕਰਨ ਲੱਗ ਪਏ ਤੇ ਪਾਂਦੇ ਦੇਖ ਕੇ ਬਹੁਤ ਹੈਰਾਨ ਹੋਏ।
ਸੋ ਰਾਜੇ ਪਾਸ ਰਵਾਇਆ ਦੋਖੀ ਦੈਂਤ ਵਧਾਇਆ ਵਾਦ। ਤੋ ਰਾਜੇ ਦੇ ਦੋਵਾਂ ਪਾਂਧਿਆਂ ਨੇ ਰਾਜੇ ਪਾਸ ਪ੍ਰਹਲਾਦ ਦੀ ਹਾਲਤ ਰੋ ਰੋ ਕੇ ਦੱਸੀ। ਤੋ ਦੋਖੀ ਦੈਂਤ ਨੇ ਝਗੜਾ ਵਧਾ ਦਿੱਤਾ। ਮੇਰਾ ਪੁੱਤਰ ਨਹੀਂ ਮੰਨੇਗਾ ਤੇ ਕੌਣ ਮੰਨੇਗਾ, ਝਗੜਾ ਵਧਾ ਦਿੱਤਾ। ਜਲ ਅਗਨੀ ਵਿੱਚ ਘੜਿਆ ਕੱਤਿਆ ਜਲੇ ਨਾ ਡੁੱਬੇ ਗੁਰ ਪ੍ਰਸਾਦ। ਸਮੁੰਦਰ ਵਿੱਚ ਸੁੱਟ ਦਿੱਤਾ, ਅੱਗ ਵਿੱਚ ਹੋਲਕਾ ਨਾਲ ਬਿਠਾਇਆ, ਪਰ ਪ੍ਰਹਲਾਦ ਗੁਰੂ ਨਾਨਕ ਦੀ ਕਿਰਪਾ ਨਾਲ ਨਾ ਡੁੱਬਾ ਨਾ ਸੜਿਆ, ਬਚ ਗਿਆ। ਕੱਢ ਖੜਗ ਸਦ ਪੁੱਛਿਆ ਕੌਣ, ਸੋ ਤੇਰਾ ਹੈ ਉਸਤਾਦ। ਫਿਰ ਲੋਹੇ ਦਾ ਥੰਮਾ ਗਰਮ ਕੀਤਾ ਤੇ ਤਲਵਾਰ ਕੱਢ ਕੇ ਕਹਿਣ ਲੱਗਾ ਕਿ ਦੱਸ ਤੈਨੂੰ ਤੇਰਾ ਕੌਣ ਉਸਤਾਦ ਹੈ ਤੇ ਤੈਨੂੰ ਕੌਣ ਬਚਾਏਗਾ। ਦੱਸ ਮੈਨੂੰ ਤੇਰਾ ਕੌਣ ਉਸਤਾਦ ਹੈ, ਮੈਂ ਦੇਖਦਾ ਮਤਲਬ ਹੈ ਤੈਨੂੰ ਕੌਣ ਬਚਾਉਂਦਾ ਹੈ। ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਤੋ ਥੰਮ ਪਾੜ ਕੇ ਨਰ ਸਿੰਘ, ਲੱਖ ਤੋਂ ਉੱਪਰ ਸ਼ੇਰ ਤੇ ਥੱਲੇ ਆਦਮੀ ਦਾ ਸਰੀਰ ਪ੍ਰਗਟ ਹੋ ਗਿਆ। ਤੋ ਨਰ ਸਿੰਘ ਸ਼ੇਰ ਸਿੰਘ, ਨਰ ਬੰਦਾ ਤੇ ਸਿੰਘ ਸ਼ੇਰ ਦਾ ਰੂਪ ਹੋ ਅਨੂਪ ਸੀ ਤੇ ਜ਼ੋਰ ਦੀ ਗਰਜਿਆ, ਰੂਪ ਅਨੂਪ ਅਨਾਦ। ਸੋ ਬੇਮੁਖ ਪਕੜ ਪਛਾੜੀ ਉਨ, ਬੇਮੁਖ ਸੰਤ ਸਹਾਈ ਯਾਦ ਜੁਗਾਦ। ਬੇਮੁਖ ਹਰਨਾਕਸ਼ ਨੂੰ ਫੜ ਕੇ ਪਾੜ ਦਿੱਤਾ। ਵਾਹਿਗੁਰੂ ਸੰਤਾਂ ਦਾ ਗੁਰਮੁਖਾਂ ਦਾ ਆਦ ਜੁਗਾਦ ਤੋਂ ਮਦਦ ਕਰਦਾ ਆ ਰਿਹਾ। ਜੈ ਜੈਕਾਰ ਕਰਨ ਮਹਿ ਬ੍ਰਹਮਰਾਦ। ਤੋ ਬ੍ਰਹਮਾ ਦੇ ਹੋਰ ਦੇਵਤੇ ਜੈ ਜੈਕਾਰ ਕਰਨ ਲੱਗ ਪਏ, ਜੈ ਜੈਕਾਰ। ਪੌੜੀ ਤੀਜੀ ਰਾਜੇ ਬਲ ਦੀ ਵਾਰਤਾ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, ਅੰਦਰ ਬੈਠਾ ਜਗ ਕਰਾਵੇ। ਤੋ ਰਾਜਾ ਬਲ ਪ੍ਰਹਲਾਦ ਦਾ ਪੋਤਰਾ ਸੀ, ਆਪਣੇ ਘਰ ਵਿੱਚ ਬੈਠਾ ਜਗ ਕਰਵਾਉਂਦਾ ਸੀ। 100 ਜਗ ਕਰਵਾਉਣ ਤੇ ਇੰਦਰਪੁਰੀ ਦਾ ਰਾਜ ਮਿਲਣਾ ਸੀ। ਬਾਮਨ ਰੂਪੀ ਆਇਆ 4 ਵੇਦ ਮੁਖ ਪਾਠ ਸੁਣਾਵੇ। ਤੋ ਵਿਸ਼ਨੂੰ ਬਾਉਣਾ ਰੂਪ ਧਾਰ ਕੇ ਆਇਆ, 4 ਵੇਦ ਮੂੰਹ ਜ਼ੁਬਾਨੀ ਸੁਣਾ ਦਿੱਤੇ। 4 ਵੇਦ ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੈ। ਤੋ ਰਾਜੇ ਨੇ ਅੰਦਰ ਬੁਲਾਇਆ ਤੇ ਸੁਆਮੀ ਜੀ ਮੰਗੋ ਜੋ ਤੁਹਾਨੂੰ ਚੰਗਾ ਲੱਗਦਾ ਹੈ। ਛਲ ਛਲਨ ਤੁਧ ਆਇਆ, ਸੁਕਰ ਪ੍ਰੋਤ ਕਹਿ ਸਮਝਾਵੇ। ਇਹ ਛਲ ਵਿਸ਼ਨੂੰ ਤੈਨੂੰ ਠੱਗਣ ਲਈ ਆਇਆ ਤੇ ਸ਼ੁਕਰ ਗੁਰੂ ਪ੍ਰੋਤ ਨੇ ਆਖ ਕੇ ਬਲ ਰਾਜੇ ਨੂੰ ਸਮਝਾ ਦਿੱਤਾ। ਕਰੋ ਅਢਾਈ ਧਰਮ ਧਰਤ, ਕਰੋ ਅਢਾਈ ਧਰਮ ਧਰਤ। ਮੰਗ ਪਿੱਛੋਂ ਦੇ 3 ਲੋਕ ਨ ਮਾਵੇ। ਤੇ ਭਾਈ 2.5 ਕਰਮ ਧਰਤੀ ਮੰਗ ਕੇ ਪਿੱਛੋਂ ਇਹ ਰੂਪ ਕੀਤਾ ਕਿ 3 ਲੋਕਾਂ ਵਿੱਚ ਨਾ ਸਮਾ ਸਕੇ। 2 ਕਰਵਾ ਕਰ 3 ਲੋ, 2 ਕਰਵਾ ਕਰ 3 ਲੋ। ਬਲ ਰਾਜਾ ਲੈ ਮਗਰ ਮਿਨਾਵੇ। ਭਾਈ 2 ਕਰਮਾਂ ਨਾਲ ਤਾਂ 3 ਲੋਕ ਨਾਪ ਲੈ। ਅੱਧੇ ਕਰਮ ਲਈ ਬਲ ਰਾਜੇ ਨੇ ਆਪਣਾ ਸਰੀਰ ਮਿਨਾ ਦਿੱਤਾ। ਸੋ ਬਲ ਛਲ ਆਪ ਛਲਾਇਨ, ਹੋਏ ਦਿਆਲ ਮਿਲੇ ਗਲ ਲਾਵੇ। ਸੋ ਰਾਜੇ ਬਲ ਨੂੰ ਛਲ ਕੇ ਆਪ ਛਲਿਆ ਗਿਆ। ਤੋ ਖੁਸ਼ ਹੋ ਕੇ ਬਲ ਨੂੰ ਗਲ ਨਾਲ ਲਾ ਲਿਆ। ਹੁਣ ਤੂੰ ਮੰਗ ਕੀ ਮੰਗਦਾ ਹੈ? ਤੋ ਦਿੱਤਾ ਰਾਜ ਪਤਾਲ ਦਾ, ਹੋਏ ਅਧੀਨ ਭਗਤ ਜਸ ਗਾਵੇ। ਤੋ ਬਲ ਨੂੰ ਪਤਾਲ ਦਾ ਰਾਜ ਦੇ ਦਿੱਤਾ। ਤੋ ਰਾਜੇ ਦੇ ਅਧੀਨ ਹੋ ਕੇ ਆਪਣੇ ਭਗਤ ਦੀ ਸਿਫਤ ਸਲਾਹ ਕੀਤੀ। ਹੋਏ ਦਰਬਾਨ ਮਹਾ ਸੁਖ ਪਾਵੇ। ਤੋ ਆਪਣੇ ਭਗਤ ਦਾ ਦਰਬਾਨ ਬਣ ਕੇ ਬਹੁਤ ਸੁਖ ਪ੍ਰਾਪਤ ਕੀਤਾ। ਪੌੜੀ ਚੌਥੀ। ਇਹ ਸਾਰੀਆਂ ਜਿਵੇਂ ਪਿਛਲੀਆਂ ਭਗਤਾਂ ਦੀਆਂ ਗੱਲਾਂ ਨਾ,
ਉਹਦੇ ਵਿੱਚ ਅਮਰੀਕ ਭਗਤ, ਅਮਰੀਕ ਮੋਹਿ ਵਰਤ ਹੈ, ਰਾਤ ਭਈ ਦੁਰਬਾਸਾ ਆਇਆ। ਭਈ ਅਮਰੀਕ ਰਾਜੇ ਅਮਰੀਕ ਨੇ ਇਕਾਦਸ਼ੀ ਦਾ ਵਰਤ ਰੱਖਿਆ ਹੋਇਆ ਸੀ। ਰਾਤ ਪਈ ਤਾਂ ਦੁਰਬਾਸਾ ਰਿਸ਼ੀ ਆ ਗਿਆ। ਫਿਰ ਕੀ ਹੋਇਆ? ਭੀੜਾ ਉਸ ਉਪਾਰਨਾ ਉਹ ਉੱਠ ਨਾਵਨ ਨਦੀ ਸਿਧਾਇਆ। ਉਸਨੇ ਕਿਹਾ ਰਾਜੇ ਦਾ ਵਰਤ ਮੈਂ ਖੋਲਾਂਗਾ। ਸੋ ਇੰਨਾ ਕਹਿ ਕੇ ਉਹ ਜਾਣ ਬੁੱਝ ਕੇ ਨਦੀ ਤੇ ਨਹਾਉਣ ਚਲਾ ਗਿਆ। ਨਹਾਉਣ ਚਰਨੋਦ ਕਲੈ ਭੁੱਖਿਆ, ਉਹ ਸਰਾਪ ਦੇਣ ਨੂੰ ਧਾਇਆ। ਤੋ ਅਮਰੀਕ ਨੇ ਠਾਕਰਾਂ ਦਾ ਚਰਨਾ ਮਿਰਤ ਲੈ ਕੇ ਵਰਤ ਖੋਲ ਦਿੱਤਾ ਤੇ ਦਰਬਾਸਾ ਰਿਸ਼ੀ ਸਰਾਪ ਦੇਣ ਲਈ ਦੌੜਿਆ। ਤੋ ਚੱਕਰ ਸੁਦਰਸ਼ਨ ਕਾਲ ਰੂਪ ਹੋਏ, ਭੀਹਾ ਵੱਲ ਗਰਭ ਗਵਾਇਆ। ਤੇ ਸੁਦਰਸ਼ਨ ਚੱਕਰ ਨੇ ਕਾਲ ਰੂਪ ਭਿਆਨਕ ਹੋ ਕੇ ਉਸ ਦਾ ਗਰਭ ਤੋੜ ਦਿੱਤਾ। ਸੋ ਬ੍ਰਾਹਮਣ ਭੰਨਾ ਜੀਉ ਲੈ, ਰੱਖ ਨ ਹੱਗਣ ਦੇਵ ਸੁਭਾਇਆ। ਸੋ ਉਹ ਅਗਨੀ ਜੋ ਰਾਜੇ ਨੂੰ ਸਾੜਨ ਲੱਗੀ ਸੀ, ਉਹ ਸੁਦਰਸ਼ਨ ਚੱਕਰ ਦੀ ਮੋੜੀ ਹੋਈ ਰਿਸ਼ੀ ਦੇ ਮਗਰ ਲੱਗ ਗਈ। ਤੇ ਰਿਸ਼ੀ ਦਾ ਹੰਕਾਰ ਟੁੱਟ ਗਿਆ। ਉਹ ਅੱਗ ਤੋਂ ਬਚਣ ਲਈ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਕੋਲ ਪੁੱਜਾ, ਪਰ ਕਿਸੇ ਨੇ ਵੀ ਉਸ ਨੂੰ ਨਾ ਬਚਾਇਆ। ਬਚਾਣਾ ਕੀ, ਬਚਾ ਹੀ ਨਹੀਂ ਸਕਦੇ। ਤਿੰਨ ਇੰਦਰ ਲੋਕ, ਸ਼ਿਵ ਲੋਕ, ਤਜ ਬ੍ਰਹਮ ਲੋਕ, ਬੈਕੁੰਠ ਤਜਾਇਆ। ਇੰਦਰਪੁਰੀ, ਸ਼ਿਵ ਲੋਕ ਤੇ ਬੈਕੁੰਠ ਤੱਕ ਹੋ ਗਿਆ। ਹਾਂ, ਦੇਵਤਿਆਂ ਭਗਵਾਨ ਸਨ, ਸਿੱਖ ਦੇ ਸਭਨਾ ਸਮਝਾਇਆ। ਤੇ ਉਸ ਨੂੰ ਸਾਰੇ ਦੇਵਤਿਆਂ ਤੇ ਭਗਵਾਨ ਵਿਸ਼ਨੂੰ ਨੇ ਸਮਝਾਇਆ ਕਿ ਰਾਜੇ ਅਮਰੀਕ ਕੋਲ ਜਾ, ਤੇ ਜੇ ਬਚਣਾ ਹੀ ਤਾਂ ਉਹਦੇ ਕੋਲੋਂ ਹੀ ਮਾਫੀ ਮੰਗ ਲਾ। ਉਹਦੇ ਕੋਲੋਂ ਹੀ ਆਏ ਪਿਆ ਸਰਨਾਗਤੀ, ਮਰੀਦਾਂ ਅਮਰੀਕ ਛੁਡਾਇਆ। ਆਏ ਪਿਆ ਤੇ ਜੋ ਦਰਬਾਸ਼ਾ ਰਿਸ਼ੀ ਅਮਰੀਕ ਦੀ ਸਰਨੀ ਆ ਡਿੱਗਾ। ਉਸ ਤੋਂ ਰਾਜੇ ਨੇ ਅਰਦਾਸ ਕੀਤੀ ਤੇ ਅਗਨੀ ਨਾਲ ਮਾਰੇ ਜਾ ਰਹੇ ਦਰਬਾਸ਼ਾ ਰਿਸ਼ੀ ਨੂੰ ਮੌਤ ਕੋਲੋਂ ਛੁਡਵਾ ਲਿਆ। ਸੋ ਭਗਤ ਵਛਲ ਜਗ ਬਿਰਦ ਸਦਾਇਆ। ਤੋ ਵਾਹਿਗੁਰੂ ਨੇ ਆਪਣੇ ਭਗਤਾਂ ਦੀ ਰਾਖੀ ਕਰਨ ਲਈ ਭਗਤ ਵਛਲ ਹੋਣ ਦੇ ਬਿਰਦ ਨੂੰ ਕਾਇਮ ਰੱਖਿਆ ਤੇ ਭਗਤ ਵਛਲ ਸਦਵਾਇਆ। ਪੌੜੀ ਪੰਜਵੀਂ। ਰਾਜਾ ਜਨਕ ਦੀ ਸਾਖੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਬੜਾ ਵੱਡਾ ਭਗਤ ਸੀ। ਉਹ ਗੁਰਮੁਖ ਮਾਇਆ ਵਿੱਚ ਹੀ ਉਦਾਸ ਰਹਿੰਦਾ ਸੀ। ਦੇਵ ਲੋਕ ਨੂੰ ਚੱਲਿਆ, ਗਨ ਗੰਧਰਵ ਸਭਾ ਸੁਖਵਾਸੀ। ਉਹ ਦੇਵ ਲੋਕ ਨੂੰ ਚੱਲਿਆ ਸੀ। ਦੇਵਤਿਆਂ ਦੇ ਰਾਗੀ, ਗਨ ਗੰਧਰਵ ਸੁੱਖਾਂ ਨੂੰ ਦੇਣ ਵਾਲੇ ਉਸ ਦੇ ਨਾਲ ਉਸ ਦੀ ਸਿਫਤ ਸਲਾਹ ਕਰ ਰਹੇ ਸਨ। ਜੰਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਜੰਪੁਰ ਗਿਆ ਪੁਕਾਰ ਸੁਣ। ਉਹ ਜੰਪੁਰੀ ਦੀ ਪੁਕਾਰ ਸੁਣ ਕੇ ਨਰਕਾਂ ਵਿੱਚ ਚਲਾ ਗਿਆ। तो सारे नरक निवासी विलक रहे सन, तड़प रहे सन। तो धर्मराय नूं आख्योन सबना दी कर बंद खलासी। धर्मराय नूं कहा सारिਆਂ ਨੂੰ कैद विचों खोल दिओ। करे बेनती धर्मराज हों सेवक ठाकुर अविनाशी। धर्मराज ने बेनती की, मैं तो अविनाशी मालक दा नौकर हाँ, वाहिगुरु दा गुरु नानक दा नौकर हाँ। सो गहने धरियोन एक नाउ, पापा नाल करे निर्जासी। फिर जनक ने एक पासे नाम जपन दा महात्म रख दिता। सो भई पाप नाल तोलिया जाई। तो पासंग पाप न पुजनी, गुरमुख नाम अतुल न तुलासी। नाम दे बट्टे चौथाई दे बराबर भी पाप पूरे ना होए। गुरमुख राजे जनक दा नाम जपन दा वट्टा अतुल ते अतोल रहा। दस्या कि नाम जपना पापां नालों 1000 गुणा भारा उच्चा है।
हाँ, पासंग पाप न पुजनी, गुरमुख नाव अतुल न तुलासी। तो नरकों छुट्टे जी जंत, कट्टी गलों सिल्क जम फासी। तो नरकां तो जी जंत आजाद हो गए, उन्हां दे गलां विच जमां दी फाई कट्टी गई। मुक्त जुगत नाम एक ही दासी। वो मुक्ति ते मुक्त करन दा तरीका वाहिगुरू नाम दियां दासियां हन। दासियां दासियां इन्हां दा नाम सारियां दा गुरु ग्रंथ साहिब विच भी आया, पर थोड़ा इन्ना डिटेल विच नहीं, थोड़ा आया। हुण राजा हरीश चंद्र ते तारामती दी साखी आ, ਇਹਦਾ भी नाम आया है। गुरु साहब ने क्या नहीं समझ आई, इदा थोड़ा राज पाग छड़ दी जाए, जिवें राजा हरीश चंद्र छड़ गया, किसी के कहण ते थोड़ा छड़ दीदा। सुख राजे हरी चंद घर नार, सो तारा लोचन रानी। सो तारा लोचन राजे हरी चंद के घर पूਰਨ सुख का निवास सी, ते उसदी राणी तारा सोहणियां अखां वाली सी। तारा करनार, सो तारा लोचन। साध संगत मिल गाम दे, राती जाए सुने गुरबाणी। तो साध संगत रात नूं साध संगत विच मिल के सिमरन करते सन। तो रात नूं राणी भी जाके गुरबाणी सुनदी सी। सुने गुरबाणी, पिछे राजा जागया अद्धी रात निखंड बिहानी। तो पिछों राजे दी जाग खुल गई। उस वेले अंध रात बीत चुकी सी, अद्धी रात बीत चुकी सी। भाई राणी दिस न आवे, मन विच वरत गई हैरानी। जद राजे नूं राणी मंजे ते नजर ना आई, सुती नजर ना आई, तां मन विच डाढी हैरानी हुई। औरत राती उठ के चलिया पिछे तरल जवानी। तो जदों किसे होर रात नूं जद राणी उठी, तो वो भी उसदे मगर छेती जवाना वाली चाल नाल तुरिया, मगर तुर गया भी ये कित्थे जांदी आ। तो राणी बहुती संगती, राजे खड़ाऊं निशानी। तो राणी संगत विच जा पहुंची, ते राजे ने उहदी खड़ां चुक ली। उहदी राणी संगत विच पहुंच गई, राजा उसकी जुत्ती निशानी के तौर पर चुक लिया। साध संगत आराध्या, जोड़ी जुड़ी खड़ाऊं पुरानी। तो साध संगत विच अरदास करन नाल वही पुरानी जुत्ती दी जोड़ी मिल गई। राजे डिठा चलते खड़ाम है चोज विडानी। राजा ये कौतक देख के हैरान हो गया, ये तो बड़ी आश्चर्य की गल है। जिहड़ी जुत्ती मैं लियांदी सी उही जुत्ती राणी दे पैर विच है। साध संगत विटों कुर्बानी। तो साध संगत तो कुर्बान जाना चाहिए जिथे रब वसदा है। पौड़ी 7वीं। बिरद दी प्रेमा भगती। आए सुनिया बिरद दे बोले दुर्जन होए रुखा गुस्सा। कहता जदों दुर्योधन ने सुनिया कि कृष्ण जी बिरद दे घर आए हन, तां दुर्योधन बहुत रुखा हो के गुस्से नाल बोलिया, घर साडा छोड़ के गोले दे घर जाए कि सुखा। भी साडा राजियां दा घर छड़ के गोले दे घर जाके की सुख पाया। सो भीखम देना करन तज, सभा शिगार वड्डे मनुखा। तो भीषम द्रोणाचार्य करन दी सभा नूं छड़ के तो वड्डे मनुख जो सभा दा शिंगार हन उन्हां सारियां नूं छड़ दिता। झुग्गी जाए विलायन सबना दे जी अंदर धुखा। सो भई कखां दी कुल्ली विच रात कट्टी तो सारियां दे मन विच अंदरों चिंता है, अंदरों धुखा। हस बोले भगवान जी सुनो राजा होए सन्मुखा। तो अगों कृष्ण जी हंस के बोले, राजन सामने खड़े हो के जवाब सुनो।
तेरे भाव न दिसे मेरे नाही अपदा दुखा। भाई तेरे अंदर प्यार दिसदा नहीं सी, तू मेरे अंदर अंदर कोई अपना दुख नहीं सी कि तेरे अगे फूलदा, तेरे अगे फूलदा। भाव जवेहा बिदर दे होरी दे चित चाओ न चुखा। तो बिदर दे मन विच जो प्रेम ते चाओ है उसके मुकाबले तुहाडे चित अंदर थोड़ा जिन्ना भी नहीं है। गोबिंद भाव भगत का भुखा। भाई वाहिगुरु दे घर भाई वाहिगुरु प्यार दा भगती दा भुख है, प्रेमा भगती दा भुख है। तो भगती करन वालियां दे घर वाहिगुरु जांदा है, हंकारियां दे घर नहीं जांदा। पौड़ी 8वीं। द्रौपदी दी कथा। आसन अंदर सभा दुशासन, अंदर सभा दुशासन मथे वाल द्रौपदी आंदी। मथे वाल जूड़े तो फड़ के दुर्योधन दे छोटे भरा दुशासन ने द्रौपदी नूं जूड़े तो फड़ के दरबार विच लियाया। दूतां नूं फरमाया नंगी करो पंचाली बांदी। पंचाली हुंदी पंजां दी वहुटी, बांदी हुंदी दासी। सो दूतां नूं दुष्ट नौकरां नूं हुक्म दिता कि 5 पांडवां दी वहुटी दासी नूं नंगिया करो। तो 5 पांडे वेखदे औकड़ रुद्धी नार जिन्हां दी 5 पांडव देखदे ही रह गए, जिन्हां दी पत्नी मुसीबत विच फसी हुई सी। अखां मीट ध्यान तर हा कृष्ण करे विलांदी। तो द्रौपदी ने अखां मीट के वाहिगुरु दा ध्यान धरिया। दुहाई पाउंदी विलकदी ने कृष्ण नूं याद कीता। कपड़े कोट उतारियन थके दूत न पार वसांदे। सो दूतां ने कपड़े ला के ढेर ला दिते। सो कपड़े लाउंदे लाउंदे दुष्ट थके पर कोई पेश न गई। तो जिन्ना जोर लगदा सी ला दिता। हथ मरोड़न सिर धुनन पछोतान करन जाया जांदे। हथ मरोड़ दे ते सिर झंझोड़ दे पछतावा कर दे असी नंगी नहीं कर सके, हुण जांदी है ते जान दिओ। घर आई ठाकर मिले पैज रखी बोले शर्मांदी। घर आ गई कृष्ण मिलिया शर्मांदी होई बोली मेरी इज्जत रख लई, तुसी मेरी इज्जत रख लई। नाथ अनाथां बान तुरांदी। वाहिगुरु मालक नूं अनाथां दी इज्जत रखण दी आदत धुरों दी है, धुरों दी। पौड़ी 9वीं सुदामे दी वार्ता। बिप सुदामा दाल दी बाल सखाए मित्र सदाए। भई बामण बिप सुदामा गरीब सी तो बचपना दा कृष्ण जी दा मित्र सी। लागू हुई बामनी मिल जग जे दलिद्र गवाए। तो वोटी बामनी दुश्मन बन बैठी। कृष्ण जी नूं मिल के अपनी गरीबी कट वोटी नूं कह बैठा कि कृष्ण मेरा दोस्त सी। ते उन्हें कहा फिर गरीबी कट अपनी, वो दुश्मन बन गई। चल भेज, ते उन्होंने भेजता। चलिया गंदा गट्टियां गणदा गट्टियां क्यों कर जाइए कौन मिलाए। तो विचारा करदा चला गया किवें जावां ते कौन मिलाएगा। तो पौता नरग द्वार का सिख द्वार सिंह द्वार खलोता जाए। वो द्वार के नगरी पहुंच के राजा द्वार ते जा खलोता। द्वारका नगरी पहुंच के राज द्वार ते जा खलोता। सिंह द्वार दूरों देख डंडौत कर छड़ सिंहासन हर जी आए। दूरों ही देख के नमस्कार की थी, सिंहासन छड़ के कृष्ण जी आ गए। पहले दे प्रदक्षिण पैरी पै के ले गल आए। तो पहला सुदामे दी परिक्रमा की थी, फिर पैरी पै के गल नाल लाया। चरनोदक लै पैर धोए सिंहासन उत्ते बैठाए।
ਪਹਿਲੇ ਦੇਵ ਪ੍ਰਦਖਣਾ ਚਰਨੋਦਕ ਲੈ ਪੈਰ ਧੋਏ ਸਿੰਘਾਸਨ ਉੱਤੇ ਬਿਠਾਏ। ਤੋ ਪੈਰ ਧੋ ਕੇ ਚਰਨਾ ਮਿਤ ਲਿਆ, ਫਿਰ ਸਿੰਘਾਸਨ ਤੇ ਬਿਠਾ ਦਿੱਤਾ। ਪੁੱਛੇ ਕੁਸ਼ਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ। ਸੋ ਫਿਰ ਤੂੰ ਪਿਆਰ ਨਾਲ ਫਿਰ ਸੁਖ ਸਾਂਦ ਪੁੱਛੀ, ਗੁਰ ਸੇਵਾ ਦੀ ਕਥਾ ਕੀਤੀ। ਤੋ ਲੈ ਕੇ ਤੰਦਲ ਚੱਬਿਊਨ ਤੰਦੁਲ ਚੱਬਿਊਨ ਵਿਦਾ ਕਰੇ ਅੱਗੇ ਪਹੁੰਚਾਏ। ਲੈ ਕੇ ਤੋ ਸੁਦਾਮੇ ਤੋਂ ਲੈ ਕੇ ਉਹ ਚਾਵਲ ਚੱਬੇ ਖਾਧੇ, ਵਿਦਾ ਕੀਤਾ ਤਾਂ ਆਪ ਅੱਗੇ ਤੱਕ ਛੱਡਣ ਗਏ, ਵਿਦਾ ਕਰੇ ਅੱਗੇ ਪਹੁੰਚਾਏ। ਚਾਰ ਪਦਾਰਥ ਸੁਕੁਚ ਪਠਾਏ। ਤੋ ਕ੍ਰਿਸ਼ਨ ਜੀ ਨੇ ਸਾਰੀਆਂ ਵਸਤੂਆਂ ਘਰਾਂ ਵਿੱਚ ਐਵੇਂ ਮਾਮੂਲੀ ਜੈ ਦਾਨ ਵਾਂਗ ਪਹੁੰਚਾ ਦਿੱਤੀਆਂ। ਸੋ ਕੁਛ ਪਠਾਏ, ਸਭ ਕੁਛ ਉਹਦਾ ਘਰ ਬਣਾ ਦਿੱਤਾ, ਮਤਲਬ ਅਮੀਰਾਂ ਵਰਗਾ ਘਰ ਕਰ ਦਿੱਤਾ। ਪੌੜੀ 10ਵੀਂ ਜੈਦੇਵ ਭਗਤ ਦੀ ਸਾਖੀ। ਸੋ ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਬਿੰਦ ਸਹਿਜ ਧੁਨ ਗਾਵੇ। ਸੋ ਭਾਈ ਜੈਦੇਵ ਪ੍ਰੇਮਾ ਭਗਤੀ ਕਰਦਾ, ਗੋਬਿੰਦ ਦੇ ਗੀਤ ਸਹਿਜ ਧੁਨ ਵਿੱਚ ਗਾਉਂਦਾ ਹੁੰਦਾ ਸੀ। ਤੋ ਲੀਲਾ ਚਲਤ ਵਖਾਣਦਾ, ਅੰਤਰਜਾਮੀ ਠਾਕਰ ਭਾਵੈ। ਵਾਹਿਗੁਰੂ ਦੀ ਲੀਲਾ ਚਲਿੱਤਰ ਕੌਤਕ ਵਿਖਿਆਨ ਕਰਦਾ ਸੀ। ਅੰਤਰਜਾਮੀ ਮਾਲਕ ਨੂੰ ਚੰਗਾ ਲੱਗਦਾ ਸੀ। ਅੱਖਰ ਇੱਕ ਨਾ ਆਵੜੈ, ਪੁਸਤਕ ਬਨ ਸੰਧਿਆ ਕਰ ਆਵੇ। ਇੱਕ ਵੇਰ ਕੁਛ ਲਿਖ ਰਿਹਾ ਸੀ ਤੇ ਉਸ ਲਈ ਅੱਖਰ ਅਨੁਭਵ ਵਿੱਚ ਨਹੀਂ ਆ ਰਹੇ ਸਨ। ਤੋ ਪੁਸਤਕ ਬੰਦ ਕਰਕੇ ਸੰਧਿਆ ਕਰਨ ਲਈ ਬਾਹਰ ਚਲਾ ਗਿਆ। ਉਹ ਲਿਖ ਰਿਹਾ ਸੀ, ਕੁਛ ਗੱਲ ਨਹੀਂ ਆਈ ਸਮਝ। ਗੁਣ ਨਿਧਾਨ ਕਰਿਆ ਕਿ ਭਗਤ ਰੂਪ ਲਿਖ ਲੇਖ ਬਣਾਵੇ। ਸੋ ਗੁਨਾਹ ਦੇ ਖਜ਼ਾਨੇ ਵਾਹਿਗੁਰੂ ਨੇ ਘਰ ਆ ਕੇ ਭਗਤ ਜੈਦੇਵ ਦਾ ਰੂਪ ਧਾਰ ਕੇ ਲੇਖ ਲਿਖ ਕੇ ਬਣਾ ਦਿੱਤੇ। ਅੱਖਰ ਪੜ ਪ੍ਰਤੀਤ ਕਰ, ਹੋਏ ਵਿਸਮਾਦ ਨਾ ਅੰਗ ਸਮਾਵੇ। ਭਾਈ ਜੈਦੇਵ ਨੇ ਆ ਕੇ ਪੋਥੀ ਖੋਲੀ ਤਾਂ ਅੱਖਰ ਲਿਖਿਆ, ਮਤਲਬ ਅੱਗੇ ਲਿਖਿਆ, ਲੇਖ ਲਿਖਿਆ ਪਿਆ ਸੀ। ਪੜ੍ਹ ਕੇ ਯਕੀਨ ਕਰਕੇ ਬਹੁਤ ਹੈਰਾਨ ਹੋਇਆ, ਇੰਨਾ ਖੁਸ਼ ਹੋਇਆ ਕਿ ਅੰਗਾਂ ਵਿੱਚ ਨਾ ਸਮਾਵੇ। ਵੇਖੇ ਜਾਏ ਉਜਾੜ ਵਿੱਚ ਬਿਰਖ ਇੱਕ ਆਚਰਜ ਸੁਹਾਵੇ। ਫਿਰ ਜੰਗਲ ਵਿੱਚ ਗਿਆ, ਉੱਥੇ ਇੱਕ ਆਚਰਜ ਵਿੱਚ ਸੋਹਣਾ ਲੱਗ ਰਿਹਾ ਸੀ। ਉਹ ਵੇਖ ਕੇ ਹੈਰਾਨ ਹੋ ਗਿਆ। ਤੋ ਗੀਤ ਗੋਬਿੰਦ ਸੰਪੂਰਨ ਪਤ ਪਤ ਲਿਖਿਆ, ਮਤ ਨਾ ਆਵੇ। ਪਤ ਪਤ ਲਿਖਿਆ, ਅੰਤ ਨਾ ਪਾਵੇ। ਸੋ ਉਸਦੇ ਪੱਤੇ ਪੱਤੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਲਿਖੀ ਹੋਈ ਸੀ। ਉਹ ਦਰਖਤ ਜਿਹੜਾ ਦੇਖਿਆ ਨਾ, ਸੋ ਅੰਤ ਨਹੀਂ ਸੀ ਪੈ ਸਕਦਾ। ਸੋ ਭਗਤ ਹੇਤ ਪ੍ਰਕਾਸ਼ ਕਰ, ਹੋਏ ਦਿਆਲ ਮਿਲੇ ਗੱਲਾਂ ਵੇ। ਸੋ ਭਗਤੀ ਨੂੰ ਪ੍ਰੇਮ ਕਰਕੇ ਜੈਦੇਵ ਨੂੰ ਪ੍ਰਕਾਸ਼ ਕੀਤਾ ਤੇ ਕਿਰਪਾ ਕਰਕੇ ਵਾਹਿਗੁਰੂ ਗੱਲ ਨਾਲ ਲਾ ਕੇ ਮਿਲੇ। ਸੰਤ ਅਨੰਤ ਨ ਭੇਦ ਬਣਾਵੇ। ਤੋ ਸੰਤ ਤੇ ਬੇਅੰਤ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ। ਪੌੜੀ 11ਵੀਂ ਭਗਤ ਨਾਮਦੇਵ ਜੀ ਦੀ ਮਹਿਮਾ। ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਦਾਇਆ। ਸੋ ਕੰਮ ਸਦਾਇਆ ਚਲਾ ਗਿਆ। ਨਾਮਦੇਵ ਦਾ ਪਿਤਾ ਕਿਤੇ ਕੰਮ ਚੱਲਿਆ ਸੀ ਤਾਂ ਪੁੱਤਰ ਨੂੰ ਕਹਿ ਗਿਆ, ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਨ ਕਰ ਸਮਝਾਇਆ। ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਨ ਦਾ ਕੰਮ ਕਹਿ ਕੇ ਸਮਝਾ ਦਿੱਤਾ। ਨਾਮ ਦਿਓ ਇਸ਼ਨਾਨ ਕਰ, ਕਪਲ ਗਾਏ ਦੂ ਲੈ ਆਇਆ। ਕਪਲ ਗਾਏ ਦੂ ਕੇ ਲੈ ਆਇਆ। ਤੋ ਨਾਮਦੇਵ ਇਸ਼ਨਾਨ ਕਰਕੇ ਕਪਲ ਗਾਏ ਚੋ ਕੇ ਲੈ ਆਇਆ। ਠਾਕਰ ਨੂੰ ਨਵਾਲ ਕੇ ਚਰਨੋਦਕ ਲੈ ਤਿਲਕ ਚੜਾਇਆ। ਠਾਕਰ ਨੂੰ ਇਸ਼ਨਾਨ ਕਰਵਾ ਕੇ ਚਰਨ ਮਿਰਤ ਲੈ ਕੇ ਤਿਲਕ ਲਗਾ ਦਿੱਤਾ। ਹੱਥ ਜੋੜ ਬੇਨਤੀ ਕਰੇ, दूध ਪੀਓ ਜੀ ਗੋਬਿੰਦ ਰਾਇਆ। ਤੋ ਹੱਥ ਜੋੜ ਕੇ ਬੇਨਤੀ ਕਰਨ ਲੱਗਾ
ਪ੍ਰਕਾਸ਼ਮਾਨ ਵਾਹਿਗੁਰੂ ਜੀ ਦੁੱਧ ਪੀਓ, ਨੇਚਿਓ ਕਰ ਅਰਾਧਿਆ, ਹੋਏ ਦਿਆਲ ਦਰਸ ਦਿਖਲਾਇਆ। ਦ੍ਰਿੜ ਇਰਾਦੇ ਨਾਲ ਸਿਮਰਨ ਕੀਤਾ ਸੀ, ਅਰਾਧਨਾ ਕੀਤੀ ਸੀ, ਉਸਨੇ ਦਿਆਲੂ ਹੋ ਕੇ ਦਰਸ਼ਨ ਦੇ ਦਿੱਤੇ। ਭਰੀ ਕਟੋਰੀ ਨਾਮਦੇਵ ਲੈ ਠਾਕਰ ਨੂੰ ਦੁੱਧ ਪਿਲਾਇਆ। ਨਾਮਦੇਵ ਨੇ ਦੁੱਧ ਦੀ ਕਟੋਰੀ ਭਰ ਕੇ ਲੈ ਆਂਦੀ ਤੇ ਠਾਕਰ ਨੂੰ ਦੁੱਧ ਪਿਆ ਦਿੱਤਾ। ਗਾਏ ਮੁਰੀ ਜਵਾਲੀਅਨ, ਨਾਮਦੇਵ ਦਾ ਛੱਪਰ ਛਾਇਆ। ਸੋ ਭਗਤ ਦੀ ਇੱਜ਼ਤ ਰੱਖੀ। ਗਾਏ ਮੁਈ ਜਵਾਲੀਅਨ, ਨਾਮਦੇਵ ਦਾ ਛੱਪਰ ਛਾਇਆ। ਮੁਈ ਗਾਂ ਵੀ ਜੀਂਦੀ ਕੀਤੀ ਤੇ ਨਾਮਦੇਵ ਦੀ ਛੱਪਰੀ ਵੀ ਬਣਾ ਦਿੱਤੀ। ਫੇਰ ਦੇਵਰਾ ਰੱਖੀਆਂ, ਚਾਰ ਵਰਨ ਲੈ ਪੈਰੀ ਪਾਇਆ। ਮੰਦਰ ਵੀ ਘੁਮਾ ਕੇ ਰੱਖ ਦਿੱਤਾ। ਚਾਰੇ ਵਰਨਾ ਬਾਹਮਣ, ਖੱਤਰੀ, ਵੈ, ਸ਼ੂਦਰ ਸਾਰੇ ਚਰਨੀ ਆ ਲੱਗਦੇ। ਤੋ ਭਗਤ ਜਨਾਂ ਦਾ ਕਰੇ ਕਰਾਇਆ। ਵਾਹਿਗੁਰੂ ਵੀ ਭਗਤ ਜਨਾਂ ਦਾ ਕਰਾਇਆ ਕਰਦਾ। ਪੌੜੀ 12ਵੀਂ। ਨਾਮਦੇਵ ਤੇ ਤਰਲੋਚਨ ਭਗਤ। ਦਰਸ਼ਨ ਦੇਖਣ ਨਾਮਦੇਵ, ਭਲਕੇ ਉੱਠ ਤਰਲੋਚਨ ਆਵੇ। ਤੋ ਤਰਲੋਚਨ ਰੋਜ਼ ਉੱਠ ਕੇ ਨਾਮਦੇਵ ਜੀ ਦੇ ਦਰਸ਼ਨ ਕਰਨ ਲਈ ਆਉਂਦਾ ਸੀ। ਭਗਤ ਕਰਨ ਮਿਲ ਦੋਏ ਜਣੇ, ਨਾਮਦੇਵ ਘਰ ਚਲਤ ਸੁਣਾਵੇ। ਜੋ ਦੋਵੇਂ ਇਕੱਠੇ ਮਿਲ ਕੇ ਭਗਤੀ ਕਰਦੇ ਹੁੰਦੇ ਸਨ ਤੇ ਨਾਮਦੇਵ ਰੱਬ ਦੇ ਕੌਤਕ ਸੁਣਾਉਂਦਾ ਹੁੰਦਾ ਸੀ। ਮੇਰੀ ਵੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਤੂੰ ਮੇਰੀ ਵੀ ਬੇਨਤੀ ਕਰ ਦੇ, ਮੈਂ ਵੀ ਦਰਸ਼ਨ ਕਰ ਲਵਾਂ ਜੇ ਉਸ ਨੂੰ ਚੰਗਾ ਲੱਗੇ। ਠਾਕਰ ਜੀ ਨੂੰ ਪੁੱਛਿਓ, ਦਰਸ਼ਨ ਕਿਵੇਂ ਤਰਲੋਚਨ ਪਾਵੇ। ਨਾਮਦੇਵ ਨੇ ਵਾਹਿਗੁਰੂ ਨੂੰ ਪੁੱਛਿਆ, ਤਰਲੋਚਨ ਕਿਵੇਂ ਤੁਹਾਡਾ ਦਰਸ਼ਨ ਕਰ ਸਕਦਾ ਹੈ। ਹੱਸ ਕਹਿ ਠਾਕਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ। ਤੋ ਠਾਕਰ ਜੀ ਹੱਸ ਕੇ ਬੋਲੇ, ਨਾਮਦੇਵ ਜੀ ਨੂੰ ਕਹਿ ਕੇ ਸਮਝਾਇਆ। ਤੋ ਹੱਥ ਨ ਆਵੇ ਭੇਟ, ਸੋ ਤੁਸ ਤਰਲੋਚਨ ਮੈਂ ਮੋਹ ਲਾਵੇ। ਤੋ ਮੇਰੇ ਦਰਸ਼ਨ ਭੇਟਾ ਤੇ ਚੜਾਵੇ ਨਾਲ ਨਹੀਂ ਹੁੰਦੇ। ਹੱਥ ਨ ਆਵੇ ਭੇਟ, ਚੜਾਵੇ ਮੈਂ ਪ੍ਰਸੰਨ ਹੋ ਕੇ ਤਰਲੋਚਨ ਨੂੰ ਦਰਸ਼ਨ ਦੇ ਸਕਦਾ ਹਾਂ। ਅਧੀਨ ਹਾਂ ਭਗਤ ਦੇ, ਪਹੁੰਚ ਨ ਹੱਗਾ ਭਗਤੀ ਦਾਵੇ। ਮੈਂ ਤਾਂ ਭਗਤਾਂ ਦੇ ਅਧੀਨ ਹਾਂ, ਭਗਤੀ ਦੇ ਦਾਅਵਿਆਂ ਨੂੰ ਵੀ ਮੈਂ ਪਹੁੰਚ ਨਹੀਂ ਸਕਦਾ, ਰੱਦ ਨਹੀਂ ਕਰ ਸਕਦਾ। ਹੋਏ ਵਿਚੋਲਾ ਆਨ ਮਿਲਾਵੇ। ਤੋ ਜਿਨ੍ਹਾਂ ਦੇ ਸੰਤ ਵਿਚੋਲੇ ਹੁੰਦੇ ਹਨ ਉਹ ਮੈਨੂੰ ਮਿਲਾ ਦਿੰਦੇ ਹਨ। ਪੌੜੀ 13ਵੀਂ। ਧੰਨਾ ਭਗਤ। ਸੋ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਨ ਆਵੇ। ਸੋ ਭਾਈ ਬਾਹਮਣ ਦੇ ਦੇਵਤਿਆਂ ਨੂੰ ਪੂਜਾ ਕਰਦੇ ਸਨ, ਧੰਨਾ ਗਊਆਂ ਨੂੰ ਚਰਾਵਣ ਜਾਂਦਾ ਸੀ। ਧੰਨਾ ਡਿੱਠੇ ਚਲਤੇ, ਪੁੱਛੇ ਬਾਹਮਣ ਆਖ ਸੁਣਾਵੇ। ਸੋ ਧੰਨੇ ਨੇ ਇਹ ਕੌਤਕ ਦੇਖਿਆ, ਬਾਹਮਣ ਨੂੰ ਪੁੱਛਿਆ, ਬਾਹਮਣ ਨੇ ਦੱਸ ਦਿੱਤਾ। ਠਾਕਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ। ਜੋ ਠਾਕਰ ਦੀ ਪੂਜਾ ਕਰਦਾ ਹੈ, ਜੋ ਇੱਛਦਾ ਹੈ ਉਹੀ ਫਲ ਕਮਾਉਂਦਾ। ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਇੱਕ ਜੋ ਤੁਧ ਭਾਵੈ। ਉਹ ਧੰਨਾ ਮਿੰਨਤਾਂ ਕਰਦਾ, ਮੈਨੂੰ ਵੀ ਇੱਕ ਠਾਕਰ ਦੇ ਦਿਓ ਜੇ ਤੈਨੂੰ ਚੰਗਾ ਲੱਗੇ। ਪੱਥਰ ਇੱਕ ਲਪੇਟ ਕਰ ਦੇ, ਧੰਨੇ ਨੂੰ ਗੈਲ ਛੁਡਾਵੇ। ਪੱਥਰ ਇੱਕ ਲਪੇਟ ਕਰ ਦੇ, ਧੰਨੇ ਨੂੰ ਗੈਲ ਛੁਡਾਵੇ। ਤੋ ਪੱਥਰ ਇੱਕ ਲਪੇਟ ਕੇ ਧੰਨੇ ਨੂੰ ਦੇ ਕੇ ਆਪਣਾ ਪਿੱਛਾ ਛੁਡਾਇਆ। ਠਾਕਰ ਨੂੰ ਨਵਾਲ ਛਾਏ, ਰੋਟੀ ਲੈ ਭੋਗ ਚੜਾਵੇ। ਪੱਥਰ ਨੂੰ ਇਸ਼ਨਾਨ ਕਰਾ ਕੇ ਰੋਟੀ ਲੱਸੀ ਲੈ ਕੇ ਭੋਗ ਲਵਾਉਣ ਲਈ ਆ ਗਿਆ। ਤੋ ਹੱਥ ਜੋੜ ਮਿੰਨਤ ਕਰੇ, ਪੈਰੀ ਪੈ ਬਹੁਤ ਮਨਾਵੇ। ਹੱਥ ਜੋੜ ਕੇ ਮਿੰਨਤਾਂ ਕਰੇ, ਪੈਰੀ ਪੈ ਕੇ ਬਹੁਤ ਮਨਾਇਆ। ਹੋਂ ਵੀ ਮੂੰਹ ਨਾ ਜੁਠਾ ਲਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੇ। ਮੈਂ ਵੀ ਕੁਛ ਨਹੀਂ ਖਾਵਾਂਗਾ, ਤੂੰ ਰੁੱਸ ਗਿਆ ਹੈ, ਤੂੰ ਮੈਨੂੰ ਵੀ ਕੁਛ ਚੰਗਾ ਨਹੀਂ ਲੱਗਦਾ। ਤੋ गोसाई पर तक होए, रोटी खाए छाए मुँह लावे। तो मालक प्रतख प्रगट हो गया, रोटी खाधी, लस्सी भी मुँह नाल पीती। भोला भाऊ गोबिंद मिलावे, रब भोले भाए नू ही मिलदा है।
ਤੇ ਭੋਲੇ ਭਾਉ ਕਰਕੇ ਹੀ ਰੱਬ ਮਿਲਦਾ ਹੈ। ਇੱਥੇ ਇੱਕ ਗੱਲ ਸਾਰੀਆਂ ਨੋਟ ਕਰਨ ਵਾਲੀ ਹੈ। ਲਾਸਟ ਐਂਡ ਕੀ ਕੱਢਿਆ ਕਿ ਭੋਲਾ ਭਾਉ ਗੋਬਿੰਦ ਮਿਲਾਵੇ। ਉਹ ਤਾਂ ਕਹਾਣੀ ਦੱਸੀ ਹੈ ਵੀ ਇਦਾਂ ਕਹਾਣੀ ਮਿਲਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਹੀਂ, ਧੰਨੇ ਧਨ ਪਾਇਆ ਧਰਨੀ ਤਰ ਮਿਲ ਜਾਣ ਸੰਤ ਸਮਾਨਿਆ। ਤੁਸੀਂ ਬਿਲਕੁਲ ਇਹਨਾਂ ਨੂੰ ਬੇਵਕੂਫ ਨਾ ਸਮਝੋ ਕਿ ਅਗਿਆਨੀ ਸਨ ਕਿ ਪੱਥਰ ਤੋਂ ਹੀ ਰੱਬ ਪਾ ਲਿਆ। ਪੱਥਰ ਤੋਂ ਰੱਬ ਨਹੀਂ ਮਿਲਦਾ, ਨਹੀਂ, ਇਹ ਕਹਾਣੀਆਂ ਵੀ ਤੁਸੀਂ ਇਹ ਕਹਾਣੀਆਂ ਬਣਾਈਆਂ ਹੋਈਆਂ ਸਨ। ਰੱਬ ਸੰਗਤ ਵਿੱਚ ਮਿਲਦਾ। ਜਿਨੀ ਕਿਨੀ ਪਾਇਆ ਸਾਧ ਸੰਗਤੀ ਪੂਰੇ ਭਾਗ ਵਿਰਾਗ। ਜਿੰਨੇ ਵੀ ਰੱਬ ਨੂੰ ਪਾਇਆ ਸੰਗਤ ਵਿੱਚੋਂ ਪਾਇਆ, ਪੱਥਰ ਵਿੱਚੋਂ ਰੱਬ ਨਹੀਂ ਮਿਲਿਆ। ਇਹ ਤਾਂ ਕਹਾਣੀਆਂ ਦੱਸੀ ਜਾਂਦੇ ਨਾ। ਭੋਲਾ ਭਾਉ ਗੋਬਿੰਦ ਮਿਲਾਵੇ, ਭੋਲਾ ਭਾਉ ਸੀ ਉਹਦਾ, ਉਹਨੂੰ ਰੱਬ ਮਿਲ ਗਿਆ ਭਾਈ। ਪੌੜੀ 14ਵੀਂ ਬੇਣੀ ਭਗਤ ਦੀ ਕਥਾ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹੇ ਲਿਵ ਲਾਵੇ। ਬੇਣੀ ਦੇਖੋ ਹੁਣ ਕੀ ਕਹਿੰਦਾ। ਤੋ ਗੁਰਮੁਖ ਬੇਣੀ ਭਗਤੀ ਕਰਨ ਲਈ ਇਕਾਂਤ ਜਗ੍ਹਾ ਬੈਠ ਕੇ ਸੁਰਤੀ ਲਾਉਂਦਾ ਸੀ। ਕਰਮ ਕਰੇ ਅਧਿਆਤਮ ਦੀ, ਹੋਰ ਰਸ ਕਿਸੇ ਨਾ ਲੱਖ ਲਖਾਵੇ। ਉਹ ਸਾਰੇ ਕੰਮ ਰੂਹਾਨੀਅਤ ਕਰਦਾ ਸੀ। ਹੋਰ ਕਿਸੇ ਨੂੰ ਵੀ ਵਾਹਿਗੁਰੂ ਦੀ ਗੱਲ ਨਹੀਂ ਸੀ ਦੱਸਦਾ। ਘਰ ਆਇਆ ਜਾਂ ਪੁੱਛੀਏ, ਰਾਜ ਦਵਾਰ ਗਿਆ ਲਾਵੇ। ਜਦੋਂ ਘਰ ਆਉਂਦੇ ਨੂੰ ਪੁੱਛਿਆ, ਵਹੁਟੀ ਨੇ ਪੁੱਛਿਆ, ਜਾਂਦਾ ਤਾਂ ਆਖਦਾ ਰਾਜੇ ਦੇ ਦਵਾਰ ਗਿਆ ਸੀ। ਦੇਖਣਾ ਇੱਥੇ ਹੁਣ ਆਪਾਂ ਕਹਾਂਗੇ ਝੂਠ ਮਾਰਿਆ, ਨਹੀਂ, ਝੂਠ ਵਾਲੀ ਕੋਈ ਗੱਲ ਨਹੀਂ ਹੈ। ਨਹੀਂ, ਕੀ ਕਹਿੰਦਾ ਵਹੁਟੀ ਨੂੰ, ਕੀ ਕਹਿੰਦਾ ਲੜਾਈ ਪੈਂਦੀ ਸੀ। ਇਸ ਲਈ ਉਹ ਘਰ ਕਹਿੰਦਾ ਮੈਂ ਰਾਜ ਦਵਾਰ ਤੇ ਜਾਣਾ। ਘਰ ਸਭ ਵੱਥ ਮੰਗੀਆਂ ਵਲ ਛਲ ਕਰਕੇ ਝੱਤ ਲੰਘਾਵੇ। ਸੋ ਘਰ ਵਹੁਟੀ ਸਾਰੀਆਂ ਚੀਜ਼ਾਂ ਮੰਗੇ ਤਾਂ ਟਾਲਮ ਟੋਲ ਕਰਕੇ ਦਿਨ ਕੱਟੀ ਜਾਵੇ, ਕਰ ਦੇਵੇ। ਮਤਲਬ ਦੱਸੇ ਕਿ ਰਾਜੇ ਨੇ ਤਨਖਾਹ ਨਹੀਂ ਦਿੱਤੀ, ਰਾਜਾ ਤਨਖਾਹ ਦੇਗਾ ਫਿਰ ਮੈਂ ਤੈਨੂੰ ਸਾਰਾ ਕੁਝ ਲਿਆ ਦੇਵਾਂਗਾ। ਵੱਡਾ ਸੌਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ। ਇੱਕ ਦਿਨ ਬੜਾ ਵੱਡਾ ਕੌਤਕ ਵਰਤਿਆ ਜਦੋਂ ਇੱਕ ਮਨ ਹੋ ਕੇ ਵਾਹਿਗੁਰੂ ਨੂੰ ਸਿਮਰ ਰਿਹਾ ਸੀ। ਪੈ ਸਵਾਰੇ ਭਗਤ ਦੇ ਰਾਜਾ ਹੋਏ ਕੇ ਘਰ ਚਲੇ ਆਵੇ। ਭਾਈ ਭਗਤ ਦੀ ਇੱਜ਼ਤ ਰੱਖੀ ਵਾਹਿਗੁਰੂ ਨੇ। ਵਾਹਿਗੁਰੂ ਰਾਜਾ ਬਣ ਕੇ ਘਰ ਚੱਲ ਕੇ ਆ ਗਿਆ। ਘਰ ਚੱਲ ਕੇ ਸਾਰੀ ਉਹਦੀ ਵੋਟੀ ਦੀ ਜੋ ਸੀ ਉਹ ਦੇ ਦਿੱਤਾ। ਦੇ ਦਿਲਾਸਾ ਤੁਸ ਕਹਿ ਅਣਗੰਤੀ ਖਰਚੀ ਪਹੁੰਚਾਵੇ। ਰਾਜੇ ਬਣੇ ਵਾਹਿਗੁਰੂ ਨੇ ਬੇਣੀ ਦੇ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਖੁਸ਼ ਹੋ ਕੇ ਅਣਗਿਣਤ ਸਮੱਗਰੀ ਖਰਚੀ ਘਰ ਵਿੱਚ ਪਹੁੰਚਾ ਦਿੱਤੀ। ਅਣਗਿਣਤੀ ਖਰਚੀ ਪਹੁੰਚਾਵੇ। ਉਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੇ। ਫਿਰ ਵਾਹਿਗੁਰੂ ਘਰੋਂ ਹੋ ਕੇ ਭਗਤ ਜੀ ਕੋਲ ਆ ਗਏ ਜੋ ਦਿਆਲੂ ਹੋ ਕੇ ਉਹਨਾਂ ਪਿਆਰ ਕੀਤਾ। ਭਗਤ ਜਨਾ ਜੈਕਾਰ ਕਰਾਵੇ। ਭਗਤਾਂ ਦੀ ਹਮੇਸ਼ਾ ਹੀ ਜੈਕਾਰ ਕਰੋਗੇ, ਭਗਤਾਂ ਦੀ ਹਮੇਸ਼ਾ ਹੀ ਜੈਕਾਰ ਕਰੋਗੇ। ਪੌੜੀ 15ਵੀਂ ਭਗਤ ਕਬੀਰ ਜੀ ਅਤੇ ਸਵਾਮੀ ਰਾਮਾਨੰਦ। ਇਹ ਵੀ ਇੱਕ ਕਹਾਣੀ ਦੱਸੀ ਆ, ਇਹ ਵੀ ਠੀਕ ਨਹੀਂ ਹੈ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ। ਥੋੜੀ ਜਿਹੀ ਹੋ ਸਕਦਾ ਬਦਲੀ ਵੀ ਕੀਤੀ ਹੋਵੇ ਇਹਨਾਂ ਨੇ, ਪੰਡਤਾਂ ਨੇ। ਪੰਡਤ ਬੜੇ ਡਾਢੇ ਆ, ਕੁਛ ਨਾ ਕੁਛ ਗੜਬੜ ਕੀਤੀ ਹੋਵੇ। ਤੋ ਰਾਮਾਨੰਦ ਗੋਸਾਈ ਮਾਇਆ ਤੋਂ ਉਦਾਸ ਹੋ ਕੇ ਬਨਾਰਸ ਵਿੱਚ ਰਹਿੰਦਾ ਸੀ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ। ਅੰਮ੍ਰਿਤ ਵੇਲੇ ਉੱਠ ਕੇ ਗੰਗਾ ਵਿੱਚ ਰੋਜ਼ ਇਸ਼ਨਾਨ ਕਰਨ ਲਈ ਜਾਂਦਾ ਸੀ। ਅੱਗੋਂ ਹੀ ਦੇ ਜਾਇ ਕੇ ਲੰਮਾ ਪਿਆ ਕਬੀਰ ਟਿਕਾਈ ਤੇ ਥਾਈ। ਸੋ ਕਬੀਰ ਉੱਥੇ ਜਾ ਕੇ ਪਹਿਲਾਂ ਹੀ ਜਾ ਕੇ ਉੱਥੇ ਲੰਮਾ ਪੈ ਗਿਆ। ਪੈਰੀ ਟੁੰਬ ਉਠਾਇਆ, ਬੋਲੋ ਰਾਮ ਸਿੱਖ ਸਮਝਾਈ। ਪੈਰਾਂ ਨਾਲ ਛੋਹ ਕੇ ਉਠਾਇਆ, ਵਾਹਿਗੁਰੂ ਬੋਲੋ। ਸਿੱਖ ਨੂੰ ਸਿੱਖਿਆ ਦੇ ਕੇ ਸਮਝਾ ਦਿੱਤਾ। ਜਿਉਂ ਲੋਹਾ ਪਾਰਸ ਛੂਏ ਚੰਦਨ ਵਾਸ ਨਿੰਮ ਮਹਿਕਾਈ। ਜਿਉਂ ਲੋਹੇ ਨੂੰ ਪਾਰਸ ਨੇ ਛੋਹ ਲਿਆ, ਜਿਵੇਂ ਨਿੰਮ ਚੰਦਨ ਨਾਲ ਖੁਸ਼ਬੂਦਾਰ ਹੋ ਗਈ। ਤੋ ਪਸ਼ੂ ਪ੍ਰੇਤੋ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ। ਪੂਰੇ ਸਤਿਗੁਰੂ ਦੀ ਇਹੋ ਹੀ ਵਡਿਆਈ ਹੈ ਕਿ ਪਸ਼ੂ ਪ੍ਰੇਤ ਤੋਂ ਦੇਵਤੇ ਕਰ ਦਿੰਦਾ ਹੈ। ਅਚਰਜ ਨੂੰ ਅਚਰਜ ਮਿਲੇ, ਵਿਸਮਾਦੇ ਵਿਸਮਾਦ ਮਿਲਾਈ। ਜਿਵੇਂ ਅਚਰਜ ਨੂੰ ਅਚਰਜ ਮਿਲ ਜਾਂਦਾ, ਵਿਸਮਾਦੇ ਵਿਸਮਾਦ ਮਿਲ ਜਾਂਦਾ ਹੈ। ਸੋ
कबीर जी रामानंद ना मिल के रामानंद वर्गे हो गए। तो चरदा चरदा निवरो निजरो गुरमुख बाणिया घड़ घड़ाई। सो जिमें चश्मा छुटता है एक रस वहदा है, इस तरह गुरमुखां दी लिखी बाणी आ घड़ नूं घड़ देंदी है, मनमुख नूं गुरमुख बना देंदी है। राम कबीरे भेद न पाई। कबीर ते वाहिगुरू विच कोई भेद नहीं सी, मिल गए, जोत मिल गई, जोत मिल गई भाई। पौड़ी 16वीं सैन नाई जी की भगती। कई गल्लां कसवटी ते नहीं उतरदियां, नहीं मर्यादा एक चरणपौल देण दी, वो मर्यादा निभाई इन्हां ने, कहानी वांगू लिख दित्ती है। सुन प्रताप कबीर दा दूजा सिख होवा सैन नाई। सो भाई कबीर दा प्रताप सुन के दूजा सिख सैन नाई होया। प्रेम भगती राती करे भलके राज द्वारे जाए। सो राती बैठ के प्यार नाल वाहिगुरू वाहिगुरू जपे, सवेरे राजे दे महलां विच काम लई मालिश करन लई जाया करे। आए संत परौने कीर्तन होवा रहन सुबाई। ते उसदे संत परौने आ गए, सारी रात सिमरन ही करते रहे। पढ़ ना सके छड्ड ना सके संत जन, राज द्वार ना सेव कमाई। संतां नूं छड्ड ना सकिया, राजे दे द्वार जाके मालिश ना कर सकिया। तो सैन रूप हर जाए कै, सैन रूप हर जाए कै, आया राणे नूं रह जाए। तो वाहिगुरू सैन दा रूप धार के राजे नूं खुश करन लई आ गया। तो साध जनां नूं विदा कर राज द्वार गया शर्माई। तो साध जनां नूं विदा करके राज द्वारे शर्मांदा होया गया। तो राणे दूरों सद के गलों कवाए खोल पहनाई। राजे ने दूरों ही सद के गल दी चेनी सैन नाई दे गल विच पा दित्ती। वश कीता हों तुद अज, बोले राजा सुने लुकाई। अज तू मैनू अपने वश विच कर लिया। राजा कह रहा सी, सारी दुनिया सुन रही सी। प्रगट करे भगत वडियाई। वाहिगुरू भगतां दी इज्जत वधाउंदा है, उन्हां दी वडियाई प्रगट करदा है। पौड़ी 17वीं भगत रविदास जी दी प्रेमा भगती। भगत भगत जग वजिया चौं चक्कां दे विच चमरेटा। चमरेटा देख लो भाई, सारे पासे भगत भगत करके सुनिया गया रविदास चुमार चमरेटा। पाणा गंढे राह विच कुल्लां धर्म ढोए ढोर समेटा। सो भाई पाणा राह विच बैठा जुतियां गंढदा, उसदी कुल धर्म मरे होए पशु ढोंदी सी। मरे होए पशु कुला धर्म सी। ढोए ढोए ढोर समेटा, मरे हुए पशु ढोंदी सी। ज्यों कर मेले चीथड़े हीरा लाल अमोल पलेटा। ज्यों कर जिमें तो जिमें मैले कपड़ियां विच अमोलक हीरा लाल लपेटिया हुंदा है। तो चौं वर्ना उपदेश दा ज्ञान ध्यान कर भगत सहेटा। भाई चारे वर्ना नूं उपदेश दिंदा है ते ज्ञान ध्यान ते भगती दा राह दसदा है। नाम ने आया संग मिल बनारस कर गंगा बेटा। बनारस कर तो संगी साथियां नाल जत्था गंगा विच इशनान करन लई आया। बनारस कढ़ कसीरा सौंपिया रविदास गंगा दी भेटा। तो रविदास ने कसीरा कढ़ के गंगा नूं भेटा करन लई उस जत्थे नूं दिता। तो लगा पुरब अभीच दा डिठा चलत अचरज अमेटा। जदों अभीच दा पुरब लग रहा सी तां गंगा ते गए संग वालियां ते होर लोकां अजब कौतक वेख्या। लिया कसीरा हथ कढ़ तो सूत एक ज्यों ताना पेटा। गंगा ने हथ
ਪਾਣੀ ਵਿੱਚੋਂ ਬਾਹਰ ਕੱਢ ਕੇ ਰਵਿਦਾਸ ਦਾ ਕਸੀਰਾ ਲਿਆ। ਇਹ ਕੌਤਕ ਇਉਂ ਸੀ ਜਿਵੇਂ ਇੱਕ ਸੂਤ ਦਾ ਤਾਣਾ ਪੇਟਾ ਹੁੰਦਾ ਹੈ। ਭਗਤ ਜਨਾਂ ਹਰ ਮਾਂ ਪਿਓ ਬੇਟਾ, ਵਾਹਿਗੁਰੂ ਭਗਤ ਜਨਾਂ ਦਾ ਮਾਂ ਪਿਓ ਪੁੱਤਰ ਆਪ ਹੀ ਹੈ। ਅਹਿਲਿਆ ਤੇ ਗੌਤਮ ਰਿਖੀ। ਗੌਤਮ ਨਾਰ ਅਹਿਲਿਆ ਜਿਸ ਨੂੰ ਦੇਖ ਇੰਦਰ ਲੋਭਾਨ। ਭਾਈ ਗੌਤਮ ਰਿਖੀ ਦੀ ਨਾਰ ਅਹਿਲਿਆ ਸੀ, ਬੜੀ ਸੋਹਣੀ ਸੀ। ਇੰਦਰ ਦੇਖ ਕੇ ਭੋਗਣ ਲਈ ਲੋਭੀ ਹੋ ਗਿਆ। ਪਰ ਘਰ ਜਾਏ ਸ਼ਰਾਪ ਲੈ, ਹੋਏ ਸਹਿਸ ਭਗ ਪਛਤਾਨਾ। ਤੋ ਗੌਤਮ ਰਿਖੀ ਦੇ ਘਰ ਜਾ ਕੇ ਉੱਥੋਂ ਸ਼ਰਾਪ ਮਿਲਿਆ। 1000 ਭਗ ਸਰੀਰ ਤੇ ਹੋ ਗਈ, ਬੜਾ ਪਛਤਾਇਆ। ਇਹਦੀ ਕਹਾਣੀ ਹੈ ਕਿ ਸਵੇਰੇ ਸਵੇਰੇ ਹੀ ਚਲਾ ਗਿਆ ਉਹਦੇ ਘਰ, ਤੇ ਗੌਤਮ ਰਿਸ਼ੀ ਉੱਤੋਂ ਆ ਗਿਆ ਤੇ ਉਹਨੇ ਉਹਨੂੰ ਸ਼ਰਾਪ ਦੇ ਦਿੱਤਾ ਵੀ 1000 ਭਗ ਤੇਰੇ ਸਰੀਰ ਤੇ ਹੋ ਜਾਏਗੀ। ਉਹਨੇ ਸ਼ਰਾਪ ਦੇ ਦਿੱਤਾ ਉਹਨੂੰ, ਤੇ ਮਗਰੋਂ ਬੜਾ ਪਛਤਾਇਆ। ਸੋ ਸੁੰਝਾ ਹੋਵਾ ਇੰਦਰ ਲੋਕ, ਲੁਕਿਆ ਸਰਵਰ ਮਨ ਸਰਮਾਣਾ। ਤੋ ਭਾਈ ਉਹ ਇੰਦਰ ਲੋਕ ਖਾਲੀ ਹੋ ਗਿਆ, ਉੱਥੇ ਇੰਦਰ ਆਪ ਗਿਆ ਹੀ ਨਹੀਂ। ਤੋ ਇੰਦਰ ਲੋਕ ਇੰਦਰ ਤੋਂ ਬਗੈਰ ਖਾਲੀ ਹੋ ਗਿਆ। ਸ਼ਰਮ ਦਾ ਮਾਰਿਆ ਸਰੋਵਰ ਵਿੱਚ ਜਾ ਲੁਕਿਆ। ਤੋ ਸਹਿਸ ਭਗਤ ਲੋਇਨ ਸਹਿਸ ਤੋ ਲੈ ਦਿੰਦੀ ਇੰਦਰਪੁਰੀ ਸਿਧਾਣਾ। ਫਿਰ ਭਗਤੀ ਕੀਤੀ, ਮਾਫੀ ਮੰਗੀ। 1000 ਭਗਾਂ ਤੋਂ 1000 ਅੱਖਾਂ ਹੋ ਗਈਆਂ ਤਾਂ ਇੰਦਰਪੁਰੀ ਨੂੰ ਵਾਪਸ ਗਿਆ। ਤੋ ਸਤੀ ਸਤੋਂ ਟਲ ਸਿਲਾ ਹੋਏ ਨਦੀ ਕਿਨਾਰੇ ਬਾਜ ਪੁਰਾਣਾ। ਤੋ ਪਤਨੀ ਨੂੰ ਪਰ ਪੁਰਸ਼ ਸੰਗ ਕਰਨ ਕਰਕੇ ਗੌਤਮ ਨੇ ਪੱਥਰ ਬਣ ਜਾਣ ਦਾ ਸ਼ਰਾਪ ਦਿੱਤਾ। ਪਤੀ ਵਰਤਾ ਧਰਮ ਦੇ ਸੱਤ ਤੋਂ ਟਲਣ ਦੀ ਇਹ ਸਜ਼ਾ ਮਿਲੀ ਕਿ ਉਹ ਬਿਨਾਂ ਪ੍ਰਾਣਾ ਤੋਂ ਪੱਥਰ ਬਣ ਕੇ ਨਦੀ ਦੇ ਕਿਨਾਰੇ ਆ ਟਿਕੀ। ਨਦੀ ਦੇ ਕਿਨਾਰੇ ਆ ਗਈ ਉਹ। ਤੋ ਰਘੁਪਤ ਚਰਨ ਛੋਹਦਿਆਂ ਚੱਲੀ ਸੁਰਗਪੁਰ ਬਣੇ ਬੇਬਾਣਾ। ਤੋ ਜਦੋਂ ਰਘੁਪਤੀ ਸ਼੍ਰੀ ਰਾਮ ਚੰਦਰ ਜੀ ਬਨਵਾਸ ਸਮੇਂ ਚਰਨ ਛੋਏ ਤਾਂ ਝੱਟ ਹੀ ਬੇਬਾਨ ਤੇ ਚੜ ਕੇ ਸੁਰਗਪੁਰੀ ਨੂੰ ਚਲੀ ਗਈ। ਭਗਤ ਵਛਲ ਭਲਾਇਨ ਪਤਤ ਉਦਾਹਰਨ ਪਾਪ ਕਮਾਣਾ। ਤੇ ਇਹੋ ਜਿਹੀਆਂ ਛਲਿਆਈਆਂ ਕਰਕੇ ਪ੍ਰਭੂ ਜੀ ਦਾ ਨਾਮ ਭਗਤ ਵਛਲ ਪਿਆ। ਇਹੋ ਜਿਹੀ ਸੋ ਪਤਤ ਪਾਪ ਕਰਨ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ। ਗੁਣ ਨੂੰ ਗੁਣ ਸਭ ਕੋ ਕਰੇ ਔਗਣ ਕੀਤੇ ਗੁਣ ਤਿਸ ਜਾਣਾ। ਸੋ ਗੁਣ ਕਰਨ ਵਾਲੇ ਨਾਲ ਤਾਂ ਸਾਰੇ ਹੀ ਗੁਣ ਭਲਾ ਕਰਦੇ ਹਨ, ਤੇ ਜਿਹੜਾ ਔਗਣ ਕਰਨ ਵਾਲੇ ਨਾਲ ਭਲਾ ਕਰੇ ਐਸਾ ਮਹਾਂਪੁਰਖ ਨੂੰ ਹੀ ਪਰਪਕਾਰੀ ਕਿਹਾ ਜਾਂਦਾ ਹੈ। ਅਵਗਤ ਗਤ ਕਿਆ ਆਖ ਵਖਾਣਾ। ਤੋ ਪਰਮੇਸ਼ਰ ਦੀ ਅਗਾਧ ਗਤੀ ਹੈ, ਕੀ ਆਖ ਕੇ ਸੁਣਾਏ। ਪੌੜੀ 19ਵੀਂ ਵਾਲਮੀਕ ਬਟਵਾਰਾ। ਵਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾੜਾ। ਤੋ ਭਾਈ ਰਸਤੇ ਵਿੱਚ ਬੈਠਾ ਵਾਲਮੀਕ ਧਾੜਵੀ ਆਏ ਗਏ ਮਨੁੱਖ ਨੂੰ ਮਾਰ ਕੇ ਧਨ ਖੋਹ ਲੈਂਦਾ ਸੀ। ਪੂਰਾ ਸਤਿਗੁਰੂ ਭੇਟਿਆ, ਮਨ ਵਿੱਚ ਹੋਵਾ ਖਿੰਜੋ ਤਾੜਾ। ਤੇ ਇੱਕ ਵਾਰੀ ਪੂਰੇ ਸਤਿਗੁਰੂ ਨਾਲ ਮੇਲ ਹੋ ਗਿਆ, ਮਨ ਵਿੱਚ ਦੁਚਿੱਤੀ ਹੋਈ। ਤੋ ਮਾਰਨ ਨੂੰ ਲੋਚੇ ਘਣਾ, ਤੋ ਕੱਢ ਨਾ ਹੱਗੇ ਹੱਥ ਉਘਾੜਾ। ਤੂੰ ਮਾਰਨ ਨੂੰ ਬੜਾ ਲੋਚੇ ਪਰ ਮਾਰਨ ਲਈ ਹੱਥ ਨਾ ਚੁੱਕ ਸਕਿਆ। ਤੋ ਸਤਿਗੁਰੂ ਮਨੁਆ ਆਖਿਆ, ਹੋਏ ਨਾ ਆਵੇ ਉਛੋ ਹੜ। ਉਹ ਭਾਈ ਸਤਿਗੁਰੂ ਦੇ ਮਨ ਵਿੱਚ ਰੱਖਿਆ ਕੀਤੀ, ਮਨ ਦਾ ਸਤਿਗੁਰਾਂ ਨੇ ਮਨ ਦੀ ਰੱਖਿਆ ਕੀਤੀ। ਮਾਰਨ ਨੂੰ ਜੋਸ਼ ਫੁਰਨਾ ਹਟ ਗਿਆ। ਔਗਣ ਸਭ ਪ੍ਰਗਾਸਿਓਨ ਰੋਜ਼ਗਾਰ ਹੈ ਇਹ ਸਾਡਾ। ਉਹਨੇ ਸਾਰੇ ਆਪਣੇ ਔਗਣ ਦੱਸ ਦਿੱਤੇ, ਮਹਾਰਾਜ ਸਾਡਾ ਤਾਂ ਇਹ ਰੁਜ਼ਗਾਰ ਹੀ ਇਹ। ਸੋ ਘਰ ਵਿੱਚ ਪੁੱਛਣ ਘੱਲਿਆ, ਅੰਤਕਾਲ ਹੈ ਕੋਈ ਆ ਸਾਡਾ। ਤੋ ਹੁਣ ਵਾਲਮੀਕ ਨੂੰ ਘਰ ਵਿੱਚ ਪੁੱਛਣ ਲਈ ਭੇਜ ਦਿੱਤਾ, ਅੰਤਕਾਲ ਮੇਰੇ ਨਾਲ ਕੌਣ ਨਿਭੇਗਾ।
ਤੋ ਕੋੜ ਮੜਾ ਚੌਖਨੀਏ ਕੋਏ ਨਬੇਲੀ ਕਰਦੇ ਝਾੜਾ। ਉਹ ਭਾਈ ਸਾਰਿਆਂ ਨੇ ਮਤਲਬ ਸਾਰਿਆਂ ਕੋੜਮੇ ਨੇ, ਸਾਰੇ ਕੋੜਮੇ ਵਾਰਨੇ ਜਾਣ ਵਾਲਾ ਸੀ। ਤੋ ਅੰਤਕਾਲ ਸਾਡੇ ਵਿੱਚ ਤੇਰਾ ਕੋਈ ਮਦਦਗਾਰ ਨਹੀਂ ਬਣ ਸਕਦਾ, ਕੋਈ ਮਦਦਗਾਰ ਨਹੀਂ। ਸੱਚ ਦੜਾਏ ਉਧਾਰੀਆਂ ਤੋ ਟੱਪ ਨਿਕਥਾ ਉੱਪਰ ਵਾੜਾ। ਤੋ ਫਿਰ ਜਦੋਂ ਗੁਰੂ ਪਾਸ ਆਇਆ ਤਾਂ ਗੁਰੂ ਨੇ ਵਾਹਿਗੁਰੂ ਨਾਮ ਦਾ ਉਪਦੇਸ਼ ਦਿੱਤਾ, ਕਰਵਾ ਦਿੱਤਾ ਤੇ ਵਿਕਾਰਾਂ ਤੋਂ ਬਚਾ ਲਿਆ। ਸੰਸਾਰ ਦੀ ਫਾਹੀ ਤੋਂ ਨਿਕਲ ਕੇ ਉੱਪਰ ਅਰਸ਼ਾਂ ਨੂੰ ਨਿਕਲ ਗਿਆ। ਗੁਰਮੁਖ ਲੰਘੇ ਪਾਰ ਪਹਾੜਾ। ਗੁਰਮੁਖ ਸੋ ਪੂਰੇ ਗੁਰੂ ਦੀ ਉਪਦੇਸ਼ ਨਾਲ ਗੁਰਮੁਖ ਬਣ ਕੇ ਸਭ ਪਾਪਾਂ ਦੇ ਪਹਾੜਾਂ ਨੂੰ ਟੱਪ ਗਿਆ। ਸੋ ਉਸ ਦੇ ਆਪਣੀਆਂ ਬੁਰਾਈਆਂ ਨਾਲ ਹੀ ਖੜੇ ਕੀਤੇ ਸਨ, ਸਭ ਨੂੰ ਟੱਪ ਗਿਆ। ਪੌੜੀ ਵੀ ਅਜਾਮਲ ਦੇ ਨਿਸਤਾਰੇ ਦਾ ਵਰਣਨ। ਤੋ ਪਤ ਅਜਾਮਲ, ਪਤਤ ਅਜਾਮਲ, ਪਤਤ ਅਜਾਮਲ ਪਾਪ ਕਰ ਜਾਏ ਜਲਾਵਤਨੀ ਦੇ ਰਹਿਆ। ਜਾਏ ਜਲਾਵਤਨੀ ਕਲਾਵਤਨੀ ਦੇ ਰਹਿਆ। ਕਲਾਵਤਨੀ, ਕਲਾਵਤਨੀ ਗਾਉਣ ਵਾਲੀ ਵੇਸ਼ਵਾ, ਕਲਾਵਤਨੀ। ਸੋ ਅਜਾਮਲ ਬ੍ਰਾਹਮਣ ਪੜ੍ਹਿਆ ਲਿਖਿਆ ਸੀ। ਪਤਤ ਅਜਾਮਲ ਪਾਪ ਕਰ, ਪਰ ਪਤਤ ਪਾਪੀ ਬਣ ਕੇ ਹੋਰ ਪਾਪ ਕਰਨ ਲਈ ਗਾਉਣ ਵਜਾਉਣ ਵਾਲੀ ਵੇਸ਼ਵਾ ਦੇ ਘਰ ਚਲਾ ਗਿਆ। ਗੁਰ ਤੋਂ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਇਆ। ਦੁਰਮਤ ਦਇਆ। ਸੋ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਨੇ ਰੋਕਿਆ ਸੀ। ਵੱਡੇ ਪਾਪ ਕਮਾਏ ਤੇ ਖੋਟੀ ਮਤ ਵਿੱਚ ਸੜਨ ਲੱਗਾ। ਤੋ ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ। ਤੋ ਜਨਮ ਬਿਰਥਾ ਵਿਸ਼ਿਆਂ ਵਿੱਚ ਹੀ ਗਵਾ ਦਿੱਤਾ। ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਰੁੜਦਾ ਜਾ ਰਿਹਾ ਸੀ। 6 ਪੁੱਤਰ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਿਆ। ਤੇ ਕਹਿੰਦਾ ਵੇਸ਼ਵਾ ਨੇ 6 ਪੁੱਤਰ ਜੰਮੇ, ਕੀਤੇ ਪਾਪਾਂ ਦੇ ਇੱਛੇ ਹੋਏ ਫਲ ਪ੍ਰਾਪਤ ਕਰ ਲੈ। ਸੋ ਪੁੱਤਰ ਵੀ ਮਨਮੁਖ ਬੇਮੁਖ ਤੇ ਵਿਕਾਰੀ ਨਿਕਲੇ। ਪੁੱਤਰ ਪੰਨਾ 7ਵਾਂ ਨਾਉ ਧਰਮ ਨੂੰ ਚਿੱਤ ਉਮਹਿਆ। ਤੋ ਜਦੋਂ 7ਵਾਂ ਪੁੱਤਰ ਹੋਇਆ, ਪੈਦਾ ਹੋਇਆ, ਤਾਂ ਉਸਦੇ ਮਨ ਵਿੱਚ ਨਾ ਧਰਮ ਨਾਮ ਰੱਖਣ ਦੀ ਉਤਸ਼ਾਹ ਪੈਦਾ ਹੋਇਆ ਵੀ ਇਹਦਾ ਨਾਂ ਧਰਮੀ ਕੋਈ ਰੱਖਦੇ ਆ, ਬਾਕੀ ਸਾਰੇ ਐਵੇਂ ਆ। ਸੋ ਗੁਰਦੁਆਰੇ ਜਾਇ ਕੇ, ਗੁਰਦੁਆਰੇ ਲਿਖਿਆ, ਗੁਰਦੁਆਰੇ ਜਾਇ ਕੇ ਗੁਰਮੁਖ ਨਾਉ ਨਾਰਾਇਣ ਕਹਿਆ। ਗੁਰਦੁਆਰੇ ਜਾ ਕੇ ਗੁਰਮੁਖਾਂ ਵਾਲਾ ਨਾਮ ਨਾਰਾਇਣ ਰੱਖ ਲਿਆ। ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛੇ। ਤੋ ਅੰਤ ਉਹ ਨਾਰਾਇਣ ਨਾਰਾਇਣ ਕਰਦਾ ਰਿਹਾ। ਮੌਤ ਵੇਲੇ ਜਦੋਂ ਜਮਦੂਤ ਲੈਣ ਆਏ ਤਾਂ ਦੇਖੇ ਤਾਂ ਡਰਦਾ ਮਾਰਿਆ ਛੋਟੇ ਪੁੱਤਰ ਨੂੰ ਵਾਜਾ ਮਾਰਨ ਲੱਗ ਪਿਆ, ਨਾਰਾਇਣ 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 ਨਾਰਾਇਣ। ਸੋ ਜਮ ਗਨ ਮਾਰੇ ਹਰ ਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ। ਵਾਹਿਗੁਰੂ ਦੇ ਸੇਵਕਾਂ ਨੇ ਆ ਕੇ ਜਮਦੂਤਾਂ ਨੂੰ ਮਾਰ ਦਿੱਤਾ ਤੇ ਸੁਰਗ ਨੂੰ ਚਲਾ ਗਿਆ ਤੇ ਨਰਕਾਂ ਵਿੱਚ ਜਮਾਂ ਦਾ ਡੰਡ ਨਹੀਂ ਸਹਾਰਿਆ। ਸੋ ਨਾਏ ਲਏ ਦੁੱਖ ਡੇਰਾ ਢਿਆ। ਵਾਹਿਗੁਰੂ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਡੇਰਾ ਢਹਿ ਗਿਆ, ਦੁੱਖ ਰਹਿੰਦਾ ਹੀ ਨਹੀਂ। ਪੌੜੀ 21 ਗਨਕਾ ਪਾਪਨ ਦਾ ਨਿਸਤਾਰਾ। ਗਨਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਲ ਪਰੋਤਾ। ਪਾਪਨ ਹੈ ਹੀ ਵੇਸ਼ਵਾ ਸੀ, ਤੋ ਇਸ ਲਈ ਗਨਕਾ ਵੇਸ਼ਵਾ ਨੇ ਪਾਪ ਕਰਮ ਕਰ ਕਰਕੇ ਆਪਣੇ ਗਲ ਵਿੱਚ ਪਾਪਾਂ ਦਾ ਹਾਰ ਪਰੋ ਲਿਆ। ਮਹਾਪੁਰਖ ਅਚਾਨਕ ਗਨਕਾ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਗਨਕਾ ਵਾੜੇ ਆਏ ਖਲੋਤਾ। ਤੋ ਇੱਕ ਦਿਨ ਅਚਾਨਕ ਹੀ ਮਹਾਂਪੁਰਖ ਗਨਕਾ ਦੇ ਵਿਹੜੇ ਵਿੱਚ ਆ ਖੜੇ ਹੋਏ। ਤੋ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਹਨਾਂ ਦਿੱਤੋਂ ਤੋਤਾ। ਉਸਦੀ ਭੈੜੀ ਅਕਲ ਦੇਖ ਕੇ ਦਿਆਲਤਾ ਆ ਗਈ ਤੇ ਹੱਥੋਂ ਆਪਣਾ ਤੋਤਾ ਦੇ ਦਿੱਤਾ ਜੋ ਵਾਹਿਗੁਰੂ ਵਾਹਿਗੁਰੂ ਬੋਲਦਾ ਸੀ। ਰਾਮ ਨਾਮ ਉਪਦੇਸ਼ ਕਰ। ਦੇਖਿਆ ਇੱਥੇ ਉਪਦੇਸ਼ ਦਿੱਤਾ, ਚਰਨ ਪੌਲ ਦਿੱਤੀ। ਖੇਲ ਗਿਆ ਦੇਵ ਵਨ ਸਰੋਤਾ। ਖੇਲ ਗਿਆ
तो राम नाम उपदेश कर खेल गया दे वंज सोता, दे वंज सोता। वाहिगुरु नाम दा उपदेश करके भाव हुण कुरैत ना करी, आप तो चला गया पर लाहेवंद सौदा दे गया नाम जपन दा। तो लिव लागे ते स्तोत्यों नित पढ़ाए करे असोता। तो गणका नूं उस तोते तो वाहिगुरु नाम नाल सुरत जुड़ गई। तोता भी नित वाहिगुरु दा नाम पढ़ाए। तो गणका सारी सारी रात जाग के सिमरन करन लगी, करे असोता। तो पतत उदाहरण राम नाम दुर्मत पाप बलेवर तोता, कलेवर तोता। पतत उदाहरण राम नाम गुरमत पात कलेवर तोता। तो वाहिगुरु नाम पतत उदाहरण है, खोटी मत दे पाप शरीर तो धोते गए। अंतकाल जमकाल तोड़ नरके विच न खाद सुगोता। अंतकाल मरण वेले जमा दे जाल तोड़ के, जमा दा जाल तोड़ के नरका विच गोता नहीं खादा, बच गई गई पकुंठ बबान चढ़, नाउ नारायण छोड़ अछोता, नाउ रसायन छोड़ अछोता। तो भाई गणका बेबान चढ़ के बैकुंठ गई। वाहिगुरु दा नाम ही ऐसा है, पतता नूं पवित्र करन वाला है। नाउ नारायण छोड़ अछोता, नाउ थाव निथावे मान मनोता। तो वाहिगुरु नाम निथावे लई थां है, निथावे नूं भी सचखंड जगह मिल जाती ते निमाणे नूं भी मान दिवाउण वाला है। पौड़ी 22। पापण पूतना दी मौत। पूतना कृष्ण नूं मारन गई सी ना, थना नाल जहर ला के आप ही मर गई सी, ओदी मौत फिर भी। तो आप पापन पूतना दोई थनी व्यो लाए वहेली, वहेली जहर दी भरी तिखी। तो भाई पापन पूतना कंस दी भेजी हुई आ गई, दोवां थना नूं उसने जहर लाई हुई सी, अंदरों भी जहर दी भरी हुई सी। आए बैठी परिवार विच नेहो लाई नवहान नवेली। परिवार विच इस तरह आके बैठ गई नवीं वोटी वांगू, प्यार दियां गल्लां करन लग पई। कुछड़ लियो गोबिंद राए कर चुणक चतुरत सहेली, चतरंग महेली चेटक चतरंग महेली। कुछड़ लियो गोबिंद राय कर चेटक चतरंग महेली। सो कृष्ण नूं कुछड़ ले लिया ते शरीर नूं महका के प्यार करके फफे कुट्टण वांग मिठियां मिठियां गल्लां कीतियां। तो मोहन मम्मे पायन बाहर आई गर्भ गहेली। तो वड्डे हंकारी विच मती हुई बाहर आ गई ते कृष्ण ने मुंह विच मम्मे नूं पा लिया थन नूं। सो दे वधाए उचायन ते चिरियार नार अठहेली। तू तेरा चलित्रा वाली ते चंचल स्त्री ने दे वधा के उच्ची कर लई। तो ते लोहां दा भार दे चंबड़िया गल होए दोहेली। तो कृष्ण ने तिन्ना लोकां जिन्ना भार दे के उसके गल नाल चिंबड़ गया। वो बड़ी दुखी हुई, तो बड़ी दुखी हुई। तो खाए पछाड़ पहाड़ वांग जाए पई उजाड़ तकेली। तो खाए तो भाटनी खा के पहाड़ वांगू उजाड़ विच धक्की हुई जा पई। कीती माऊ तुल सहेली, फिर भी मां दी सहेली बराबर समझ के माफ कर दिता। पौड़ी 23। सो बदक शिकारी दा उधार जाए सुता प्रभास विच, गोडे उत्ते पैर पसारे जाए उता। तो कृष्ण जी वो सवेरे ही तो प्रभास नामे तीरथ उत्ते कृष्ण जी अपने गोडे उत्ते पैर रख के सुता पिया सी। चरण कमल विच पद्म है, तो झिलमिल झलके वांगी तारे। तो सुता पिया सी पैर पसार के।
तो उसके चरना कमलों विच पद्म सी, शीशे वांगू झिलमिल करदा सी, तारे वांग लिशकारे मारदा सी। बदक आया भालदा, मिरगे जान बान ले मारे। शिकारी शिकार भालदा भालदा उत्थे आ गया, चमकदा पैर हिरन दी अख समझ के बान मार दिता। दर्शन डिठो जाए कै, करन पलाव करे पुकारे। उत्थे पहुंच के उसनू कृष्ण जी दे दर्शन होए। ये वेख के रोंदा कुरलांदा शुरू कर दिता, रोना कुरलाना कीरने कर कर के रोवे। तो गल विच लीता कृष्ण जी अवगण कीता, हर न चितारे। वो कृष्ण जी ने गल ना ला लिया, क्योंकि परमेश्वर भगतां दे अवगण कीते नहीं चितारदा। कर कृपा संतोखिया, पतत उदाहरण बिरद विचारे। कृपा करके उसनू धेरे दिता, पतत उदाहरण बिरद दी पालना कीती। भले भले कर मन्नियन, बुरियां दे कर काज सवारे। भले तो भले करके मन्ने जाते हैं, वाहिगुरू बुरियां दे भी कार सवार दिंदा है। पाप करेंदे पतत उधारे, पाप करते पतता नू भी मेहर करके नरकां तो बचा लैंदा है। तो ये 10-12 ये भगतां दियां कथा दसियां सारियां दियां। इतिहास पक्ष है, जिवें अगली 11वीं पौड़ी है। फिर गुरु नानक पातशाह सतगुरु सच्चा पातशाह 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 जोहारी। अगलियां गल्लां फिर गुरु नानक पातशाह दियां आ गई। साध संगत सचखंड है, आए चिरोखे खोले बारी। अम्यो किरण निझर चरे, अनहद नाद बजायन दरबारी। पातशाह दी मजलिस है, पिरम प्याला पीवन भारी। साकी होए पिलावना, उलस प्याले खरी खुमारी। भाए भगत पै चलना, मस्त अलमस्त सदा हुशियारी। भगत विछल होए भगत भंडारी, भगत विछल होए भगत भंडारी। ये है गया पहली पौड़ी 11वीं वार, पहली पौड़ी। तो सारी गल इतिहास पक्ष भी लिया है भाई गुरदास जी ने, चंगी गल की आप करते हैं। पौड़ी भी गुरु साहब बख्शिश करना। भाई गुरदास जी मैं कई गल्लां दसियां, बहुत गल्लां उचियां। अजे इन्हां दे कवित है, ये तो 12 है। जे किते कवित पढ़ो उत्थे गल ही सारी, वो भी पढ़ांगे करांगे। वाहिगुरू मेहर करे, उहदे विच भी बड़ियां गुझियां रमज़ां है। पातशाह मेहर करन, वाहिगुरू समा बख्शे, गुरु साहब कृपा करनगे।